ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਦਾਨ, स्वामी दयानिध सतगुरु साहिब श्री गुरु ग्रंथ साहिब जीआं दी पावन हजूरी विच बड़े ही सत्कार नाल शाम दे दीवाना विच आप जी जुड़ बैठे हो। सतगुरां दी किरपा नाल संगत दीयां घड़ियां विच जुड़न दा सुभाग प्राप्त होया। आओ इस समय नूं सफला बनाइए। गुर इतिहास दे पावन प्रसंगां दे विचों आप जी ने सरवण कीता सी। धन धन साहिब श्री गुरु नानक देव जी महाराज भाई मरदाने दियां प्यार दियां बेनतियां नूं स्वीकारदे होए आखण लगे, मरदाना जी जाओ नगर सुल्तानपुर लोधी विचों रबाब लेके आओ। भाई मरदाना जी कहन लगे, सतगुरु जी मैनू बजाउणी नहीं आउंदी, ना ही मैनू गाउणा आउंदा है। मुस्करा के सच्चे पातशाह आखण लगे, मरदानिया पिछली वार तुसी जदों चल के आए सी तुहानू बर दे बचन दिते सन, रवाब सुगात वजों बख्शी सी ए गुण। भाई मरदाना जी कहते, महाराज गुण आप जी ने बख्शिया सी पर मैं किते वरतिया ते है नहीं। पातशाह कहते, मरदाने आ जा फिर रबाब लेके आ। सतगुरां दा बचन मन के भाई मरदाना जी सुल्तानपुर लोधी विच विचर रहे ने। एक पठान का दरबार लग्या होया, उस दरबार विच कुछ ढाडी लोग रबाब नाल धार्मिक गीत वारां गा रहे ने। भाई मरदाना जी ने चौंकड़ा ला के उन्होंने सुनिया। जदों पठान अपने घर नूं आ गया, उन्हां ढाडियां कोल जाके भाई मरदाना जी ने बेनती की, तुहानू महान महापुरख बुला रहे ने। अपने वड्डे भाग जान के ढाडी चल के जंगलों में सतगुरां दे पास आए, मत्था टेकिया। गुरु नानक साहब महाराज आखण लगे, भाई इस रबाब ते कोई रब दी इबादत सुनाओ। सतगुरां दा बचन मनदे होए ढाडियां ने रबाब चुकी है, सुर लाया है, प्यार विच भिज के प्रभु की भगती गायन कर रहे ने। इन्हां सारे प्रसंगां नूं आप जी ने सरवण कीता। आओ कुछ समा मन चित बिरतियां नूं एकाग्र चित बनाइए। पाओ प्रेम दी सांझ, बख्शो आसीस, गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। ले रबाब ढाडी कर माही, तार बजाए राग सुर प्राही। इस अमृत कथा नूं भाई बाला जी एक चौंकड़े विच बैठ के एकाग्र चित होके गुरु अंगद दे पातशाह जी दे दरबार विच सुना रहे ने। जदों सतगुरां दे पास ढाडी आके बैठे ने, गुरु नानक साहब महाराज आखदे ने, सुनाओ कोई रब दी सिफत वाहिगुरू दी।
ਢਾਡੀ ਨੇ ਰਵਾਬ ਚੁੱਕੀ ਹੈ, ਸੁਰ ਛੇੜਿਆ ਹੈ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਚੌਂਕੜਾ ਲਾਇਆ, ਨੇਤਰ ਬੰਦ ਕਰ ਲਏ। ਬੜੇ ਪਿਆਰ ਤੇ ਪ੍ਰੇਮ ਵਿੱਚ ਭਿੱਜ ਕੇ ਉਹ ਢਾਡੀ ਰਵਾਬ ਉੱਤੇ ਕੁਛ ਗਾਇਨ ਕਰਨ ਲੱਗੇ। ਰਵਾਬ ਦੀਆਂ ਸੁਰਾਂ ਬੜੀਆਂ ਪਿਆਰੀਆਂ ਸਨ, ਮਨ ਨੂੰ ਮੋਹਦੀਆਂ ਹਨ। ਸੁਣਤ ਬਿਲੋਚਨ ਪੰਕਜ ਬਿਗਸੇ, ਭਜੈ ਨਾਸ ਗੁਰ ਬਰ ਨਰ ਤਿਕਸੇ। ਜਿਸ ਵੇਲੇ ਢਾਡੀਆਂ ਨੇ ਪਿਆਰ ਵਿੱਚ ਭਿੱਜ ਕੇ ਰੱਬ ਦੀ ਉਸਤਤ ਗਾਈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੁਣਦੇ ਸੁਣਦੇ ਕਦੇ ਨੇਤਰ ਬੰਦ ਕਰ ਲੈਂਦੇ ਨੇ, ਕਦੇ ਕਵਲ ਸਰੀਖੇ ਨੈਣਾਂ ਨੂੰ ਖੋਲ ਲੈਂਦੇ ਨੇ। ਕਦੇ ਧਿਆਨ ਸਤਿਗੁਰਾਂ ਦਾ ਵੱਜਦੀ ਰਵਾਬ ਵੱਲ ਜਾਂਦਾ ਤੇ ਕਦੇ ਉਸ ਗਾਇਨ ਕਰਨ ਵਾਲੇ ਢਾਡੀ ਵੱਲ ਜਾਂਦਾ ਹੈ, ਕਿਉਂਕਿ ਹੁਣ ਇਹ ਢਾਡੀ ਨਿਸ਼ਕਾਮ ਹੋ ਕੇ ਗਾ ਰਿਹਾ ਹੈ। ਇਹਨੂੰ ਪਤਾ ਸੀ ਇਹਨਾਂ ਫਕਰਾਂ ਤੋਂ ਕੁਝ ਨਹੀਂ ਮਿਲਣਾ, ਕੇਵਲ ਇਹਨਾਂ ਦੇ ਕੋਲ ਸ਼ੁਭ ਗੁਣ ਹੋਣਗੇ, ਚੰਗੀਆਂ ਅਸੀਸਾਂ ਹੋਣਗੀਆਂ। ਪਿਆਰ ਵਿੱਚ ਭਿੱਜ ਕੇ ਜਦੋਂ ਉਸ ਢਾਡੀ ਨੇ ਰਵਾਬ ਤੇ ਸ਼ਬਦ ਗਾਇਆ ਨਾ, ਗੁਰੂ ਨਾਨਕ ਸਾਹਿਬ ਮਹਾਰਾਜ ਅਸ਼ ਅਸ਼ ਕਰ ਉੱਠੇ ਤੇ ਭਾਈ ਮਰਦਾਨਾ ਜੀ ਦਾ ਧਿਆਨ ਹੱਥ ਵਿੱਚ ਫੜੀ ਰਵਾਬ ਵੱਲ ਹੈ। ਜਿਸ ਰਵਾਬ ਨੂੰ ਕਦੇ ਹੱਥ ਲਾ ਕੇ ਨਹੀਂ ਵੇਖਿਆ ਵਜਾਉਣ ਦੀ ਤੇ ਬੜੀ ਦੂਰ ਦੀ ਗੱਲ ਹੈ। ਅੱਜ ਤੋਂ ਪਹਿਲਾਂ ਭਾਈ ਮਰਦਾਨੇ ਨੇ ਰਵਾਬ ਨੂੰ ਫੜਿਆ ਹੀ ਨਹੀਂ ਕਦੇ, ਪਰ ਢਾਡੀਆਂ ਨੇ ਆਪਣੇ ਵੱਲੋਂ ਖੂਬ ਪ੍ਰੇਮ ਵਿੱਚ ਭਿੱਜ ਕੇ ਰੱਬ ਦੇ ਗੀਤ ਗਾਏ ਨੇ। ਭਨ ਹੈ ਬਚਨ ਤੂੰ ਲੈ ਮਰਦਾਨਾ, ਤਾਰ ਬਜਾਵੋ ਰਾਗ ਨਿਧਾਨਾ। ਜਿਸ ਵੇਲੇ ਉਸ ਢਾਡੀ ਨੇ ਆਪਣੇ ਸ਼ਬਦ, ਆਪਣੇ ਗੀਤ ਸੰਗੀਤ ਦੀ ਸਮਾਪਤੀ ਕੀਤੀ, ਜੋ ਉਹਨੇ ਪਿਆਰ ਵਿੱਚ ਭਿੱਜ ਕੇ ਗਾਇਆ ਰੱਬ ਦਾ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨੇਤਰ ਭਰ ਭਾਈ ਮਰਦਾਨਾ ਜੀ ਵੱਲ ਵੇਖਿਆ, ਕਹਿੰਦੇ ਮਰਦਾਨਿਆ ਫੜ ਫਿਰ ਰਵਾਬ, ਤੂੰ ਗਾ ਫਿਰ। ਭਾਈ ਮਰਦਾਨਾ ਅੰਦਰੋਂ ਅੰਦਰ ਘਬਰਾਉਂਦਾ ਹੈ ਵੀ ਜਿਸ ਵਸਤੂ ਨੂੰ ਕਦੇ ਹੱਥ ਨਹੀਂ ਲਾਇਆ ਉਹਦੇ ਤੇ ਗਾਉਣਾ ਕਿਹੜਾ ਸੌਖਾ ਹੈ। ਜਾਂ ਤੇ ਕਦੇ ਰਵਾਬ ਸਿੱਖੀ ਹੋਵੇ ਜਾਂ ਜੱਦੀ ਪੁਸ਼ਤੀ ਪਰਿਵਾਰ ਵਿੱਚ ਕੋਈ ਵਜਾਉਂਦਾ ਹੋਵੇ, ਜਦ ਕਿ ਰਵਾਬ ਵਜਾਉਣੀ ਸਭ ਤੋਂ ਔਖਾ ਕੰਮ ਹੈ। ਮਿਊਜ਼ਿਕ ਦੇ ਵਿੱਚ ਸੱਤ ਸੁਰਾਂ ਹਰ ਬੰਦਾ ਸਿੱਖ ਲੈਂਦਾ, ਹਰ ਚੀਜ਼ ਸਿੱਖ ਕੇ ਗਾਈ ਜਾ ਸਕਦੀ ਹੈ, ਪਰ ਇੱਕ ਰਵਾਬ ਤੇ ਗਾਉਣਾ ਬੜਾ ਔਖਾ ਸੀ। ਭਾਈ ਮਰਦਾਨੇ ਨੂੰ ਸਤਿਗੁਰਾਂ ਨੇ ਇਸ਼ਾਰਾ ਕੀਤਾ, ਮਰਦਾਨਿਆ ਸੁਣਾ ਫਿਰ ਰੱਬ ਦੀ ਗੱਲ ਕੋਈ। ਢਾਡੀ ਸੁਣ ਕੇ ਬੜਾ ਖੁਸ਼ ਹੋਇਆ, ਉਹਨੇ ਆਪਣੀ ਰਵਾਬ ਭਾਈ ਮਰਦਾਨਾ ਜੀ ਨੂੰ ਸੌਂਪਤੀ। ਲੱਗਦਾ ਸ਼ਾਇਦ ਇਹਨੂੰ ਗਾਉਣਾ ਹੁੰਦਾ ਹੈਗਾ, ਪਰ ਭਾਈ ਮਰਦਾਨੇ ਨੇ ਕਦੇ ਰਵਾਬ ਨੂੰ ਹੱਥ ਨਹੀਂ ਸੀ ਲਾਇਆ। ਪਰ ਗੁਰੂ ਪਾਤਸ਼ਾਹ ਦਾ ਬਚਨ ਕਦੇ ਮੋੜ ਵੀ ਸਕਦਾ ਨਹੀਂ। ਆਇਸ ਮਾਨ ਭਾਨ ਮਹਿਲੀਨਾ, ਕਰ ਸੁਰ ਤਾਰ ਬਜਾਵਨ ਕੀਨਾ। ਜਿਸ ਵੇਲੇ ਭਾਈ ਮਰਦਾਨੇ ਨੇ ਸਤਿਗੁਰਾਂ ਦਾ ਬਚਨ ਮੰਨਿਆ, ਅੱਜ ਸੁਲਤਾਨਪੁਰ ਲੋਧੀ ਦੇ ਸੰਘਣੇ ਜੰਗਲਾਂ ਵਿੱਚ ਸਤਿਗੁਰ ਬੈਠੇ ਨੇ। ਰਵਾਬ ਦੀ ਸੁਰ ਨੂੰ ਜਦੋਂ ਭਾਈ ਮਰਦਾਨੇ ਨੇ ਛੋਇਆ ਨਾ, ਤਾਰ ਛੇੜੀ ਹੈ, ਇੱਕਦਮ ਦਿਲ ਖਿੱਚਵਾਂ ਸੰਗੀਤ ਨਿਕਲਿਆ, ਐਸੀ ਆਵਾਜ਼ ਨਿਕਲੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਜ਼ਰ ਭਰ, ਨੇਤਰ ਭਰ ਕੇ ਭਾਈ ਮਰਦਾਨਾ ਜੀ ਨੂੰ ਜਿਸ ਵੇਲੇ ਵੇਖਿਆ, ਕਹਿੰਦੇ ਭਾਈ ਮਰਦਾਨੇ ਨੇ ਨੇਤਰ ਬੰਦ ਕਰ ਲਏ, ਅੱਖਾਂ ਬੰਦ ਹੋਈਆਂ। ਉਂਗਲਾਂ ਦੇ ਨਾਲ ਜਦੋਂ ਰਵਾਬ ਦੀਆਂ ਤਾਰਾਂ ਛਿੜਦੀਆਂ ਨੇ, ਕਹਿੰਦੇ ਇੱਕ ਅਲੱਗ ਮਨਮੋਹਕ ਜੀ ਆਵਾਜ਼, ਇੱਕ ਸੰਗੀਤ, ਇੱਕ ਸੁਰ ਪੈਦਾ ਹੋਇਆ। ਜਿਸ ਸੁਰ ਨੂੰ ਸੁਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੀ ਰਸਨਾ ਤੋਂ ਆਖਿਆ, ਵਾਹ ਮਰਦਾਨਿਆ ਵਾਹ। ਕਹਿੰਦੇ ਭਾਈ ਮਰਦਾਨਾ ਜੀ ਨੂੰ ਹੱਲਾ ਸ਼ੇਰੀ ਮਿਲੀ, ਜ਼ਿੰਦਗੀ ਵਿੱਚ ਪਹਿਲੀ ਵਾਰ ਰਵਾਬ ਫੜੀ ਹੈ। ਇਸ ਤੋਂ ਪਹਿਲਾਂ ਕਦੇ ਰਵਾਬ ਵਜਾਈ ਨਹੀਂ ਤੇ ਨਾ ਕਦੇ ਵੱਜਦੀ ਵੇਖੀ ਹੈ। ਸਿਰਫ ਕੁਝ ਦਿਨ ਪਹਿਲਾਂ ਮਹਾਰਾਜ ਨੇ ਆਖਿਆ ਸੀ, ਜਾ ਮਰਦਾਨੇ ਅੱਜ ਤੋਂ ਬਾਅਦ ਦਰ ਦਰ ਨਾ ਮੰਗੀ, ਤੈਨੂੰ ਰਵਾਬ ਦਾ ਗੁਣ ਬਖਸ਼ਿਆ। ਤੇ ਜਦੋਂ ਭਾਈ ਮਰਦਾਨੇ ਨੇ ਰਵਾਬ ਦੀ ਉਸ ਤਾਰ ਨੂੰ ਛੇੜਨਾ ਚਾਹਿਆ, ਕਹਿੰਦੇ ਪਿਆਰ ਦੇ ਸੁਰ ਨਿਕਲਦੇ ਨੇ, ਦੂਜਾ ਹੱਥ ਆਪਣੇ ਆਪ ਹੀ ਚੱਲ ਰਿਹਾ ਹੈ, ਪਤਾ ਹੀ ਨਹੀਂ ਲੱਗਦਾ ਕਿਹੜੀ ਸੁਰ ਹੈ, ਕਿਹੜਾ ਤਾਲ ਹੈ, ਕਿਹੜਾ ਸੰਗੀਤ ਹੈ। ਕਿਉਂਕਿ ਜਦੋਂ ਵਿਸਮਾਦ ਵਿੱਚ, ਪ੍ਰੇਮ ਵਿੱਚ ਕੋਈ ਭਿੱਜ ਜਾਂਦਾ ਨਾ, ਵੀ ਉਦੋਂ ਸੁਰਾਂ ਤੋਂ ਉੱਚੀਆਂ ਗੱਲਾਂ ਹੋ ਜਾਂਦੀਆਂ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਨੇਤਰ ਬੰਦ ਕਰ ਲਏ, ਚੌਂਕੜਾ ਲਾ ਲਿਆ,
ਅਡੋਲ ਹੋ ਕੇ ਬੈਠ ਗਏ। ਦੋਹਰਾ ਸੁਣ ਬਨ ਕੇ ਬ੍ਰਿਖ ਤਿਤ ਸਮੈ ਚੂਵਨ ਰਸ ਵਡ ਲਾਗ। ਭਾਈ ਮਰਦਾਨਾ ਜੀ ਜਦੋਂ ਤਾਰ ਛੇੜਦੇ ਨੇ ਉਸ ਤਾਰ ਚੋਂ ਆਵਾਜ਼ ਨਿਕਲਦੀ ਹੈ ਤੂੰ ਤੂੰ ਤੂੰ। ਇੰਨੀ ਸੁਰਤ ਗੁਰੂ ਨਾਨਕ ਸਾਹਿਬ ਮਰਦ ਦੀ ਜੁੜੀ ਸੁਭਾਵਕ ਰਸਨਾ ਤੋਂ ਗੁਰੂ ਪਾਤਸ਼ਾਹ ਝੂਮ ਝੂਮ ਕੇ ਗਾਉਂਦੇ ਨੇ ਤੂੰ ਹੀ ਨਿਰੰਕਾਰ ਦਾਤਾ ਤੂੰ ਹੀ ਨਿਰੰਕਾਰ। ਕਹਿੰਦੇ ਭਾਈ ਮਰਦਾਨਾ ਇੱਕ ਸਰੂਰ ਵਿੱਚ ਆ ਗਿਆ। ਜਦ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੀ ਰਸਨਾ ਤੋਂ ਇਹ ਸ਼ਬਦ ਗਾਇਆ ਰੁੱਖਾਂ ਤੇ ਬੈਠੇ ਪੰਛੀ ਖਾਮੋਸ਼ ਹੋ ਗਏ। ਕਿਸੇ ਪਰਿੰਦੇ ਨੇ ਅੱਜ ਪ੍ਰਵਾਜ਼ ਨਹੀਂ ਭਰੀ, ਮੰਤਰ ਮੁਗਧ ਹੋ ਗਏ। ਬਰਨ ਬਰਨ ਬਰ ਬਿਹੰਗ ਜੇ ਉਮ ਗਿਓ ਤਿਨ ਅਨਰਾਗ। ਅੱਜ ਜਿੰਨੇ ਪੰਛੀ ਤੇ ਪਰਿੰਦੇ ਸੀ ਅੰਦਰ ਪਿਆਰ ਪੈਦਾ ਹੋਇਆ, ਪ੍ਰੇਮ ਜਾਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਆਵਾਜ਼ ਤੇ ਰਵਾਬ ਦੀ ਧੁਨ। ਉਹ ਪੰਛੀ ਆਪਣੀਆਂ ਥਾਵਾਂ ਤੇ ਬੈਠੇ ਨੇ, ਖੁੱਡਾਂ ਚੋਂ ਨਿਕਲੇ ਹੋਏ ਚੂਹੇ ਇੱਕੋ ਥਾਂ ਤੇ ਰੁਕ ਗਏ। ਪੱਤਿਆਂ ਦੀ ਆਵਾਜ਼ ਸਰਸਰਾਹਟ ਰੁਕ ਗਈ ਹੈ। ਜੰਗਲਾਂ ਦੇ ਵਿੱਚ ਕਿਤੇ ਵੀ ਕੁਝ ਨਹੀਂ ਸੁਣਦਾ, ਨਾ ਅੱਜ ਕੋਇਲ ਕੂਕਦੀ ਹੈ, ਨਾ ਕਿਤੇ ਮੋਰ ਦੀ ਆਵਾਜ਼ ਆਉਂਦੀ ਹੈ, ਕਿਤੇ ਕੋਈ ਸ਼ੋਰ ਨਹੀਂ ਹੈ, ਕੇਵਲ ਇੱਕ ਤੂੰ ਤੂੰ ਦੀ ਆਵਾਜ਼ ਸੁਣਦੀ ਹੈ। ਕਹਿੰਦੇ ਭਾਈ ਮਰਦਾਨਾ ਜੀ ਦੇ ਨੇਤਰ ਬੰਦ ਨੇ, ਆਪਣੇ ਆਪ ਰਵਾਬ ਵੱਜ ਰਹੀ ਹੈ, ਗੁਰੂ ਨਾਨਕ ਸਾਹਿਬ ਮਰਜ ਗਾ ਰਹੇ ਨੇ ਤੇ ਕੋਲ ਬੈਠੇ ਢਾਡੀ ਨਾ ਆਪਾ ਖੋ ਬੈਠੇ। ਇੰਨਾ ਆਨੰਦ ਆਇਆ, ਸੁਰ ਇੰਨਾ ਇਕਾਗਰ ਹੋਇਆ, ਕਿਉਂਕਿ ਇਹ ਬੜੀ ਵੱਡੀ ਗੱਲ ਹੈ। ਕਥਾ ਕਰਨ ਵਾਲਾ ਕਿਸੇ ਦੀ ਕਥਾ ਨਹੀਂ ਸੁਣ ਸਕਦਾ, ਬਿਮਾਰੀ ਹੈ। ਕੀਰਤਨ ਕਰਨ ਵਾਲਾ ਕਿਸੇ ਦੇ ਕੀਰਤਨ ਵਿੱਚ 5 ਮਿੰਟ ਨਹੀਂ ਬਹਿ ਸਕਦਾ। ਦੁਨੀਆ ਨੂੰ ਪਾਠ ਸੁਣਾਉਣ ਵਾਲਾ ਪਾਠੀ ਕਿਸੇ ਦਾ ਪਾਠ ਨਹੀਂ ਸੁਣ ਸਕਦਾ। ਸੇਵਾ ਕਰਾਉਣ ਵਾਲਾ ਕਦੇ ਸੇਵਾ ਕਰ ਨਹੀਂ ਸਕਦਾ। ਆਖੋ ਸਤਨਾਮ। ਇਹ ਕਮੀਆਂ ਨੇ ਇਨਸਾਨ ਦੀਆਂ, ਜੋ ਸਾਨੂੰ ਆਉਂਦਾ ਸੁਭਾਵਿਕ ਗੱਲ ਹੈ। ਤੁਸੀਂ ਐਕਸਪਰਟ ਹੋ ਗੱਡੀ ਚਲਾਉਣ ਵਿੱਚ, ਤੁਹਾਡੇ ਨਾਲ ਕੋਈ ਅਨਾੜੀ ਬੰਦਾ ਗੱਡੀ ਚਲਾਉਂਦਾ, ਤੁਸੀਂ ਉਹਨੂੰ ਬੈਠੇ ਝੜਕੀ ਜਾਓਗੇ, ਓਏ ਬ੍ਰੇਕ ਲਾ, ਕਲੱਚ ਦੱਬ, ਆਹ ਕੀ ਕਰਦਾ ਹੈ, ਉਹ ਕੀ ਕਰਦਾ ਹੈ। ਸੁਭਾਵਿਕ ਗੱਲ ਹੈ, ਬੰਦਾ ਦੂਜੇ ਨੂੰ ਸਿਆਣਾ ਨਹੀਂ ਸਮਝਦਾ। ਪਰ ਪਹਿਲੀ ਵਾਰ ਹੋਇਆ ਜਿਹੜੇ ਢਾਡੀ ਜੱਦੀ ਪੁਸ਼ਤੀ ਗਾਉਂਦੇ ਸੀ ਨਾ, ਜਦੋਂ ਭਾਈ ਮਰਦਾਨੇ ਦੀ ਰਵਾਬ ਸੁਣਦੇ ਨੇ, ਕਹਿੰਦੇ ਇੰਨੀ ਵੀ ਹਿੰਮਤ ਨਾ ਪਈ ਅੱਖਾਂ ਖੋਲ ਕੇ ਵੇਖ ਲਈਏ। ਰਸ ਇੰਨਾ ਸੀ, ਆਨੰਦ ਇੰਨਾ ਸੀ, ਸਤਿਗੁਰਾਂ ਦੇ ਬਚਨ ਤੇ ਰਵਾਬ ਦੀਆਂ ਧੁਨਾਂ ਕੰਨਾਂ ਵਿੱਚ ਮਿਸ਼ਰੀ ਘੋਲਦੀਆਂ ਨੇ। ਚੌਪਈ ਤੀਰ ਸਮੀਰ ਰਹੀ ਥਿਰ ਹੋਈ ਸੁਣੀ ਤਾਨ ਮੋਹੇ ਸਭ ਕੋਈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਗਾਉਣਾ ਸ਼ੁਰੂ ਕੀਤਾ ਨਾ ਅੰਮ੍ਰਿਤ ਬਚਨ, ਉਹਨਾਂ ਰਵਾਬ ਦੀਆਂ ਧੁਨਾਂ ਨੇ ਕਹਿੰਦੇ ਹਵਾ ਨੂੰ ਰੋਕ ਕੇ ਰੱਖਤਾ। ਠੰਡੀ ਠੰਡੀ ਹਵਾ ਪੁਰੇ ਦੀ ਵਗਦੀ ਸੀ, ਇੱਕਦਮ ਬੰਦ ਹੋ ਗਈ। ਰੁੱਖਾਂ ਦੀ ਚਰਨਾਹਟ ਬੰਦ, ਪੰਛੀ ਚੁੱਪ, ਸ਼ਾਂਤੀ ਚਾਰੇ ਪਾਸੇ। ਇਸ ਸ਼ਾਂਤੀ ਦੇ ਆਗਾਜ਼ ਵਿੱਚ ਇੱਕ ਆਵਾਜ਼ ਗੂੰਜ ਰਹੀ ਹੈ, ਬੜੀ ਦੂਰ ਦੂਰ ਤੱਕ, ਸੁਲਤਾਨਪੁਰ ਲੋਧੀ ਦੀਆਂ ਜੂਹਾਂ ਤੱਕ ਇਹ ਆਵਾਜ਼ ਸੁਣੀ ਜਾ ਰਹੀ ਹੈ। ਜਿਹਤੀ ਜੜ ਚੇਤਨ ਹਵੈ ਗਏ ਜੇ ਚੇਤਨ ਸੋ ਜੜਵਤ ਭਏ। ਭਾਈ ਬਾਲਾ ਜੀ ਉਸ ਵੇਲੇ ਦੇ ਸਮੇਂ ਨੂੰ ਦੱਸ ਰਹੇ ਨੇ, ਕਹਿੰਦੇ ਜੰਗਲਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਜੜ ਸੀ, ਕਦੇ ਹਿੱਲੀਆਂ ਨਹੀਂ ਸੀ, ਹਿੱਲਣ ਲੱਗ ਪਈਆਂ। ਚੇਤਨ ਜਿਹੜੀਆਂ ਚੰਚਲ ਸੀਆਂ ਉਹ ਪੱਥਰ ਬਣ ਗਈਆਂ। ਮਤਲਬ ਜੇ ਕੋਈ ਪੰਛੀ ਪਰਿੰਦਾ ਜੀਵ ਜਾਨਵਰ ਸੀ ਨਾ, ਸਤਿਗੁਰਾਂ ਦੀ ਰਸ ਭਿੰਨੀ ਆਵਾਜ਼ ਤੇ ਰਵਾਬ ਦੀ ਆਵਾਜ਼ ਸੁਣ ਉਹ ਉੱਡ ਨਹੀਂ ਸਕਿਆ, ਹਿੱਲ ਨਹੀਂ ਸਕਿਆ। ਜਿੱਥੇ ਖੜਿਆ ਉੱਥੇ ਹੀ ਖੜਿਆ। ਤੇ ਜਦੋਂ ਕਿਤੇ ਆਪਣਾ ਸਤ ਸੰਗਤ ਵਿੱਚ ਬੈਠੇ ਆ, ਕਥਾ ਸੁਣਦੇ ਆ, ਕੀਰਤਨ ਸੁਣਦੇ ਆ, ਬਾਣੀ ਪੜ੍ਹਦੇ ਆ, ਆਨੰਦ ਬਣਿਆ ਹੋਵੇ ਨਾ, ਸਾਨੂੰ 1 ਘੰਟੇ ਦਾ ਪਤਾ ਨਹੀਂ ਲੱਗਦਾ ਤੇ ਨਾ ਸਾਨੂੰ ਘੜੀ ਦਿਸਦੀ। ਤੇ ਜਿੱਦਣ ਬਿਰਤੀ ਇਕਾਗਰ ਨਾ ਹੋਵੇ, ਭਾਵੇਂ ਉਹ ਕਰਨ ਵਾਲਾ ਜਾਂ ਸੁਣਨ ਵਾਲਾ ਵਾਰ-ਵਾਰ ਟਾਈਮ ਵੱਲ ਵੇਖਦਾ। ਹੁਣ ਇੱਥੇ ਇਹਨੂੰ ਕਹਿੰਦੇ ਟਾਈਮ ਦਾ ਰੁਕ ਜਾਣਾ, ਵਕਤ ਦਾ ਖੜ ਜਾਣਾ। ਮੰਨੋ ਇਦਾਂ ਜਿੱਦਾਂ ਵਕਤ ਖੜ ਗਿਆ ਹੋਵੇ। ਇਹ ਜਿੰਨੇ ਲੋਕ ਸਨ ਟਾਈਮ ਟਰੈਵਲ ਕਰਦੇ ਹੋਣ ਬਿਰਤੀ ਕਰਕੇ। ਕਹਿੰਦੇ ਜੰਗਲ ਸ਼ਾਂਤ ਹੋ ਗਿਆ, ਜੰਗਲਾਂ ਵਿੱਚ ਬੈਠੇ ਸਾਧੂਆਂ ਦੇ ਚੌਂਕੜੇ ਲੱਗ ਗਏ, ਸ਼ਿਕਾਰੀ ਸ਼ਿਕਾਰ ਕਰਨੇ ਭੁੱਲ ਗਏ। ਬਨ ਤੇ ਮ੍ਰਿਗ ਆਏ ਭੀ ਠਾਂਡੇ
ਆਤਮਨ ਮਿਹ ਅਨੁਰਾਗੈ ਬਾਂਡੇ। ਸਤਿਗੁਰਾਂ ਦੇ ਸਾਹਮਣੇ ਸੱਜੇ ਹੱਥ ਬੈਠੇ ਨੇ ਭਾਈ ਮਰਦਾਨਾ ਰਬਾਬ ਵਜਾਉਂਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਭੂੰਜੇ ਬੈਠੇ ਆ, 2 ਗਜ ਦਾ ਭਗਵਾ ਕੱਪੜਾ ਸਿਰ ਤੇ ਬੰਨਿਆ, ਇੱਕ ਕਫਣੀ ਗਲ ਪਾਈ ਹੋਈ ਹੈ, ਭੇਖ ਸਾਧਾਂ ਵਾਲਾ ਬਣਾਇਆ। ਇਸੇ ਭੇਖ ਕਰਕੇ ਤੇ ਪਰਿਵਾਰ ਟੁੱਟ ਗਿਆ। ਸਤਿਗੁਰਾਂ ਦੇ ਧਰਮ ਪਤਨੀ ਸਾਡੇ ਮਾਤਾ ਸੁਲੱਖਣੀ ਜੀ ਘਰ ਛੱਡ ਕੇ ਚਲੇ ਗਏ। ਮੂਲ ਚੰਦ ਤੇ ਚੰਦੋ ਰਾਣੀ ਆਪਣੀ ਧੀ ਨੂੰ ਲੈ ਗਏ। ਕਹਿੰਦੇ ਆ ਫਕੀਰ ਨੇ ਸਾਡੀ ਜ਼ਿੰਦਗੀ ਖਰਾਬ ਕਰਤੀ। ਪਰ ਅੱਜ ਜਿਹੜੇ ਬੈਠੇ ਸੀ ਨਾ ਉਹ ਜਾਣਦੇ ਆ। ਕਹਿੰਦੇ ਜੰਗਲਾਂ ਦੇ ਹਿਰਨ, ਸ਼ੇਰ, ਜੰਗਲੀ ਜਾਨਵਰ ਇਸ ਆਵਾਜ਼ ਨੂੰ ਲੱਭਦੇ ਲੱਭਦੇ, ਇਸ ਧੁਨ ਨੂੰ ਸੁਣਦੇ ਸੁਣਦੇ ਆਪਣਾ ਜ਼ਹਿਰ, ਆਪਣਾ ਸੁਭਾਅ ਸੱਪਾਂ ਨੇ ਛੱਡ ਦਿੱਤਾ। ਗੁਰੂ ਨਾਨਕ ਸਾਹਿਬ ਦੇ ਇਰਦ ਗਿਰਦ ਆ ਕੇ ਬੈਠ ਗਏ। ਜਿੱਦਣ ਇਨਸਾਨ ਦੀ ਜ਼ਿੰਦਗੀ ਵਿੱਚੋਂ ਨਫ਼ਰਤ ਦਾ ਜ਼ਹਿਰ ਮੁੱਕ ਜੇ ਨਾ, ਓਏ ਉਹਦਾ ਦੁਸ਼ਮਣੇ ਕੋਈ ਨਹੀਂ। ਆਖੋ ਸਤਨਾਮ। ਓਏ ਉਦੋਂ ਸੱਪ ਵੀ ਡੰਗਣੋਂ ਹਟ ਜਾਂਦੇ ਆ। ਹੁਣ ਤੇ ਸੱਪਾਂ ਦੀ ਲੋੜ ਨਹੀਂ, ਬੰਦੇ ਜ਼ਹਿਰੀਲੇ ਜ਼ਿਆਦਾ ਨੇ। ਇਨਸਾਨ ਦੀ ਜ਼ਹਿਰ ਸਭ ਤੋਂ ਜ਼ਿਆਦਾ ਹੈ। ਭਗਤੀ ਕਰਦਿਆਂ ਕਰਦਿਆਂ ਜਦੋਂ ਅੰਦਰ ਦਾ ਸੁਭਾਅ ਨਰਮ ਹੋ ਜਾਂਦਾ ਨਾ, ਤੇ ਰਾਹ ਵਿੱਚ ਸ਼ਿਕਾਰੀ ਕੁੱਤੇ, ਜੰਗਲੀ ਜਾਨਵਰ ਭਗਤੀ ਕਰਦਿਆਂ ਨੂੰ ਕੁਝ ਨਹੀਂ ਕਹਿੰਦੇ। ਉਹਨਾਂ ਨੂੰ ਡਰ ਮੁੱਕ ਜਾਂਦਾ ਏ, ਕਿਉਂਕਿ ਬਿਰਤੀ ਬਣ ਜਾਂਦੀ ਹੈ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਨ ਧਿਆਨ। ਰੱਬ ਦੇ ਪਿਆਰੇ ਨਾ ਡਰਦੇ ਨਾ ਡਰਾਉਂਦੇ। ਅੱਜ ਭਾਈ ਮਰਦਾਨਾ ਜੀ ਦੀ ਇਸ ਰਬਾਬ ਦੀਆਂ ਧੁਨਾਂ ਨੇ ਕਹਿੰਦੇ ਸੱਪਾਂ ਦਾ ਜ਼ਹਿਰ ਛਡਾ ਦਿੱਤਾ। ਸ਼ਾਂਤੀ ਮਿਲੀ ਉਹਨਾਂ ਨੂੰ। ਹਿਰਨ ਆ ਕੇ ਕੋਲ ਬਹਿ ਗਏ, ਸ਼ੇਰ ਆ ਗਏ ਨੇ। ਕਦੇ ਸ਼ੇਰਾਂ ਦੇ ਸਾਹਮਣੇ ਹਿਰਨ ਬਹਿ ਸਕਦੇ ਆ? ਕਦੇ ਬੱਕਰੀ ਆ ਕੇ ਬਹਿ ਜੂ ਸ਼ੇਰ ਦੇ ਸਾਹਮਣੇ? ਉਲਟ ਸੁਭਾਅ ਏ, ਇੱਕ ਦੂਜੇ ਦੇ ਦੁਸ਼ਮਣ ਨੇ। ਕਹਿੰਦੀ ਅੱਜ ਜੰਗਲ ਦੇ ਜੀਵ ਤੇ ਜਾਨਵਰਾਂ ਨੇ ਦੁਸ਼ਮਣੀ ਵਿਸਾਰ ਦਿੱਤੀ। ਮਾਨੋ ਅੰਮ੍ਰਿਤ ਵਰਦਾ ਏ। ਸੋ ਡਾਢੀ ਸੁਣ ਬਿਸਮੈ ਭਇਓ, ਬਿਸਰ ਪੰਨ ਹੈ ਤੇ ਛਿਨ ਗਇਓ। ਹੁਣ ਜਿਸ ਵੇਲੇ ਢਾਡੀ ਕੋਲ ਬੈਠਾ ਹੈ, ਜਿਸ ਢਾਡੀ ਨੇ ਸਾਰੀ ਜ਼ਿੰਦਗੀ ਰਬਾਬ ਤੇ ਗਾਇਆ, ਉਹਦੀਆਂ ਅੱਖਾਂ 'ਚੋਂ ਹੰਝੂ ਆ ਗਏ। ਹੈਰਾਨ, ਅੱਖਾਂ ਖੋਲਣੀਆਂ ਚਾਹੁੰਦਾ ਪਰ ਅੱਖ ਖੁੱਲਦੀ ਨਹੀਂ। ਆਨੰਦ ਰਸ ਇੰਨਾ ਏ। ਸੱਚੀ ਸੰਗੀਤ ਧਰਮ ਨਾਲ ਜੁੜਿਆ ਹੋਵੇ ਨਾ, ਰਾਗ ਅੱਖ ਖੁੱਲਣ ਨਹੀਂ ਦਿੰਦਾ। ਇਹੀ ਕਾਰਨ ਹੈ ਸੱਚਖੰਡ ਤੋਂ ਆਪ ਜੀ ਨਿਤ ਕੀਰਤਨ ਸੁਣਦੇ ਉੱਠਣ ਨੂੰ ਜੀ ਨਹੀਂ ਕਰਦਾ, ਤੇ ਜੇ ਕੋਈ ਮੇਰੇ ਵਰਗਾ ਬਾਜਾ ਲੈ ਕੇ ਬਹਿ ਜੇ ਤੇ ਬਹਿਣ ਨੂੰ ਜੀ ਨਹੀਂ ਕਰਦਾ। ਫਰਕ ਕੀ ਹੈ? ਰਾਗ ਦਾ ਫਰਕ ਹੈ। ਤੇ ਉਸ ਰਾਗ ਦੇ ਨਾਲ ਉਹ ਪ੍ਰੇਮ ਨਾਲ ਗਾਉਂਦੇ ਆ। ਇਹ ਗੱਲਾਂ ਦਾ ਫਰਕ ਹੁੰਦਾ। ਤੇ ਉਹ ਢਾਡੀ ਦੇ ਕੋਲ ਪ੍ਰੇਮ ਨਹੀਂ ਸੀ, ਉਹਨੇ ਹਮੇਸ਼ਾ ਮਾਇਆ ਲਈ ਗਾਇਆ ਸੀ। ਰਾਗ ਉਹਦੇ ਕੋਲ ਸੰਪੂਰਨ ਸੀ, ਗੁਣ ਬੜਾ ਵੱਡਾ ਸੀ। ਪਰ ਭਾਈ ਮਰਦਾਨੇ ਦੀ ਰਬਾਬ ਕੋਈ ਮਾਇਆ ਵਾਸਤੇ ਥੋੜਾ ਤੂੰ ਕਰਦੀ ਹੈ, ਉੱਤੇ ਪਿਆਰ 'ਚ ਭਿੱਜ ਕੇ ਬੋਲ ਰਹੀ ਹੈ। ਅੰਦਰੋਂ ਅੰਦਰ ਉਹ ਢਾਡੀ ਸੋਚਦਾ ਹੈ, ਕਹਿੰਦਾ ਵਾਹ ਓਏ ਰੱਬਾ, ਮੈਂ ਸਾਰੀ ਜ਼ਿੰਦਗੀ ਮਾਣ ਕਰਦਾ ਰਿਹਾ ਵੀ ਮੈਂ ਉਸਤਾਦਾਂ ਦਾ ਉਸਤਾਦ। ਰਬਾਬ ਵਜਾਈ, ਦੁਨੀਆ ਨੇ ਮੈਥੋਂ ਰਬਾਬ ਸਿੱਖੀ। ਜਿਹੜਾ ਸੁਲਤਾਨਪੁਰ ਲੋਧੀ ਦੇ ਨਵਾਬਾਂ ਨੂੰ ਆਪਣੀ ਰਬਾਬ ਤੇ ਨਚਾਉਂਦਾ ਹੈ, ਉਹ ਕੋਈ ਛੋਟਾ ਉਸਤਾਦ ਹੈ? ਅੱਖਾਂ ਭਰੀਆਂ ਹੋਈਆਂ ਨੇ, ਵੇਖਦਾ ਇਹੋ ਜੀ ਰਬਾਬ ਵਰਗੀ ਰਬਾਬ ਕਦੇ ਜ਼ਿੰਦਗੀ 'ਚ ਮੈਂ ਸੁਣੀ ਨਹੀਂ। ਆਖੋ ਸਤਨਾਮ। ਉਹ ਕੈਸੀ ਧੁਨ ਹੋਣੀ, ਜਿਸ ਧੁਨ ਨੇ ਹੀ ਆਖਿਆ ਤੂੰ ਹੀ ਨਿਰੰਕਾਰ। ਸਾਡੀ ਤੇ ਰਬਾਬ, ਸਾਡਾ ਤੇ ਬਾਜਾ ਵੀ ਮੈਂ ਕਰਦਾ, ਸਾਡੀ ਤੇ ਬੋਲੀ ਵੀ ਮੈਂ ਕਰਦੀ, ਸਾਡੀ ਤੇ ਸੇਵਾ 'ਚ ਵੀ ਮੈਂ ਬੋਲਦੀ ਬੱਕਰੀ ਵਾਲੀ। ਪਰ ਉਹ ਰਬਾਬ ਸੀ ਗੁਰੂ ਨਾਨਕ ਪਾਤਸ਼ਾਹ ਦੀ। ਜਦੋਂ ਉਸ ਰਬਾਬੀ ਮਰਦਾਨੇ ਨੇ ਰਬਾਬ ਵਜਾਈ, ਕੋਲ ਬੈਠਾ ਰਬਾਬੀ ਢਾਡੀ ਹੈਰਾਨ ਹੈ, ਅਚਰਜ ਹੈ। ਚਿੱਤ ਕਰਦਾ ਇਸ ਸ਼ਬਦ ਦੀ ਸਮਾਪਤੀ ਤੋਂ ਬਾਅਦ ਮੈਂ ਇਹਨਾਂ ਦੇ ਚਰਨੀ ਡਿੱਗ ਜਾ, ਜਨਮਾਂ ਜਨਮਾਂ ਦੀ ਮਾਫੀ ਮੰਗ ਲਾਂ। ਕਿਤਨਕ ਚਿਰ ਭੇ ਬਚਨ ਬਖਾਨਾ, ਵੱਡ ਗੁਣਵਾਨ ਨਾ ਤੋ ਸਮਿਆਨਾ। ਸ਼ਬਦ ਦੀ ਸਮਾਪਤੀ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਚੁੱਪ ਬੈਠੇ, ਆਨੰਦ 'ਚ ਬੈਠੇ, ਨੇਤਰ ਨਹੀਂ ਖੋਲੇ। ਭਾਈ ਮਰਦਾਨੇ ਨੇ ਜਦੋਂ ਸ਼ਬਦ ਸਮਾਪਤ ਹੋਇਆ ਨਾ, ਰਬਾਬ ਦੀ ਤਾਰ ਤੋਂ ਹੱਥ ਚੁੱਕਿਆ, ਅੱਖਾਂ ਖੋਲੀਆਂ, ਆਸੇ ਪਾਸੇ ਵੇਖਿਆ, ਜੰਗਲਾਂ ਦੇ ਜਾਨਵਰ ਬੈਠੇ ਆ। ਉਹ ਕੈਸਾ ਸਬੱਬ ਹੋਣਾ, ਕੈਸਾ ਦ੍ਰਿਸ਼ ਹੋਣਾ, ਜਦੋਂ ਜਾਨਵਰ ਆਪਣੀ ਦੁਸ਼ਮਣੀ ਭੁਲਾ ਰੱਬ ਦੀ ਸ਼ਰਨ ਬੈਠੇ ਹੋਣੇ। ਇਹ ਤੇ ਉਹ ਸਮਾਂ ਬਾਣੀ ਪੜ੍ਹਦੇ ਹੋ ਨਾ, ਸਿੰਘ ਸ਼ਰਨ ਕਤ ਜਾਈਐ ਜੋ ਜੰਬਕ ਗਰਾਸੈ। ਕਹਿੰਦੇ ਸ਼ੇਰ ਦੀ ਸ਼ਰਨ ਵਿੱਚ ਬਹਿਣ ਦਾ ਕੀ ਫਾਇਦਾ ਜੇ ਗਿੱਦੜਾਂ ਦਾ ਹੀ ਡਰ ਹੈ। ਉਹ ਰੱਬ ਦੀ ਹਜ਼ੂਰੀ ਵਿੱਚ ਬਹਿਣ ਦਾ ਕੀ ਫਾਇਦਾ ਜੇ ਰੱਬ ਕੋਲ ਬਹਿ ਕੇ ਵੈਰ ਵਿਰੋਧ ਕਾਲ ਮੌਤ ਦਾ ਵੀ ਡਰ ਰਵੇ। ਅੱਜ ਜਿੰਨੇ ਜੀਵ ਬੈਠੇ ਸੀ ਵੈਰ ਵਿਰੋਧ ਭੁੱਲ ਗਏ, ਡਰ ਭੁੱਲ ਗਏ ਇੱਕ ਦੂਜੇ ਦਾ।
ਕਿਸੇ ਚੂਹੇ ਨੂੰ ਸੱਪ ਦਾ ਖਤਰਾ ਨਹੀਂ, ਕਿਸੇ ਸ਼ੇਰ ਤੋਂ ਹਿਰਨ ਨੂੰ ਖਤਰਾ ਨਹੀਂ, ਭੁੱਲ ਬੈਠੇ ਆ। ਵੇਖ ਕੇ ਅਚਰਜ ਹੋਇਆ ਭਾਈ ਮਰਦਾਨਾ, ਪਰ ਭਾਈ ਮਰਦਾਨਾ ਜੀ ਨੂੰ ਉਸ ਵੇਲੇ ਢਾਡੀ ਹੱਥ ਜੋੜ ਕੇ ਕਹਿੰਦਾ, ਓਏ ਪੁਰਖਾ ਧੰਨ ਹੈ ਤੂੰ, ਧੰਨ ਤੇਰੀ ਰਬਾਬ, ਧੰਨ ਤੇਰਾ ਗੁਣ। ਜ਼ਿੰਦਗੀ ਲੰਘੀ ਸਾਡੀ ਜੱਦੀ ਪੁਸ਼ਤੀ ਰਬਾਬ ਵਜਾਉਂਦੇ ਆ, ਪਰ ਤੇਰੇ ਵਰਗੀ ਰਬਾਬ ਨਾ ਕਦੇ ਵੱਜੀ, ਨਾ ਕਿਸੇ ਵਜਾਈ, ਤੇ ਨਾ ਕਦੇ ਜ਼ਿੰਦਗੀ 'ਚ ਕਿਤੇ ਸੁਣਨ ਨੂੰ ਮਿਲਣੀ। ਆਖੋ ਸਤਨਾਮ। ਵਾਹ ਕਮਾਲ ਦਾ ਗੁਣ ਹੈ ਤੇਰਾ। ਇਹ ਗੱਲ ਬੜੀ ਔਖੀ ਹੈ। ਇੱਕ ਮਹਾਨ ਵਿਅਕਤੀ ਕਹਿੰਦਾ ਕਹਾਉਂਦਾ ਆਪਣੀ ਜ਼ੁਬਾਨੋਂ ਦੂਜੇ ਦੀ ਤਾਰੀਫ ਨਹੀਂ ਕਰ ਸਕਦਾ। ਇੱਕ ਗੁਣਵਾਨ ਦੂਜੇ ਗੁਣਵਾਨ ਦੀ ਤਾਰੀਫ ਨਹੀਂ ਕਰੇਗਾ। ਇੱਕ ਵਿਦਵਾਨ ਦੂਜੇ ਵਿਦਵਾਨ ਦੀ ਸਟੇਜ ਤੇ ਨਹੀਂ ਜਾਏਗਾ। ਇੱਕ ਰਾਗੀ ਢਾਡੀ ਹੋਵੇ ਉਹਦੇ ਨਾਲ ਦੋ ਬਿਠਾ ਦਿਓ, ਮੂੰਹ ਬਣੇ ਹੋਣਗੇ। ਪਰ ਧੰਨ ਸੀ ਅੱਜ ਨਿਸ਼ਕਪਤ ਹੋ ਕੇ ਕਹਿੰਦਾ, ਮਰਦਾਨਿਆ ਤੂੰ ਮੈਨੂੰ ਲੈ ਕੇ ਆਇਆ ਸੀ ਰਬਾਬ ਵਜਾ ਕੇ ਵਿਖਾ, ਅੱਜ ਤੇਰੇ ਚਰਨਾਂ ਤੇ ਮੈਂ ਸਜਦਾ ਕਰਦਾ, ਤੇਰੇ ਵਰਗੀ ਰਬਾਬ ਜੱਗ ਤੇ ਕੋਈ ਵਜਾ ਨਹੀਂ ਸਕਦਾ। ਆਖੋ ਸਤਨਾਮ। ਜਦੋਂ ਭਾਈ ਮਰਦਾਨੇ ਦੀ ਤਾਰੀਫ ਕੀਤੀ, ਭਾਈ ਮਰਦਾਨੇ ਨੂੰ ਸਮਝ ਨਹੀਂ ਆਉਂਦਾ ਇੰਨੀ ਸਿਫਤ ਕਿਉਂ ਕਰਦਾ ਹੈ। ਕਿਉਂਕਿ ਭਾਈ ਮਰਦਾਨੇ ਨੂੰ ਜਿਹੜੀ ਇਹ ਦਾਤ ਮਿਲੀ, ਇਹ ਅਗੰਮੀ ਦਾਤ ਹੈ। ਇਹ ਕੋਈ ਉਸਤਾਦ ਨਹੀਂ ਧਾਰਿਆ, ਕਿਸੇ ਸੁਰਾਂ ਨਹੀਂ ਸਿੱਖੀਆਂ, ਤੇ ਭਾਈ ਮਰਦਾਨੇ ਦੀ ਕੁੱਲ ਅੱਜ ਵੀ ਚੱਲਦੀ ਆਉਂਦੀ ਹੈ। ਕੱਲ ਵੀ ਬੇਨਤੀ ਕੀਤੀ ਸੀ ਵੀ ਤਾਨਸੈਨ ਤੇ ਹਰੀਸੈਨ ਕੌਣ ਸੀ, ਜਿਹੜੇ ਅਕਬਰ ਬਾਦਸ਼ਾਹ ਤੋਂ ਲੈ ਕੇ ਸ਼ਾਹਜਹਾਂ ਵਰਗਿਆਂ ਨੂੰ ਇਹ ਸੰਗੀਤ ਸੁਣਾਉਂਦੇ ਰਹੇ ਆ। ਇਹ ਉਹਨਾਂ ਤੇ ਬਖਸ਼ਿਸ਼ਾਂ ਸੀ ਭਾਈ ਮਰਦਾਨੇ ਦੀਆਂ। ਜਿਹੜੇ ਸੰਗੀਤ ਗਾਉਂਦੇ ਸੀ, ਦੀਵੇ ਬੁੱਝਿਆਂ ਨੂੰ ਜਗਾ ਦਿੰਦੇ ਸੀ, ਮੇਘ ਰਾਗ ਪੜ੍ਹਦੇ ਸੀ, ਬੱਦਲਾਂ ਨੂੰ ਝੂਮਣ ਲਾ ਦਿੰਦੇ ਸੀ, ਬਰਸਾਤਾਂ ਹੋ ਜਾਂਦੀਆਂ ਸੀ। ਭਾਈ ਮਰਦਾਨੇ ਦੀ ਕਿਰਪਾ ਸੀ। ਤੇ ਮਹਾਂਪੁਰਖ ਭਾਈ ਮਰਦਾਨਾ ਜਿਹੜਾ ਘਰ ਪਰਿਵਾਰ ਛੱਡ ਕੇ ਬੈਠਾ, ਕਿਉਂਕਿ ਆਪ ਜੀ ਨੇ ਸੁਣਿਆ ਭਾਈ ਮਰਦਾਨਾ ਤੇ ਸੁਨੇਹਾ ਲੈਣ ਆਇਆ ਸੀ ਵੀ ਮਾਤਾ ਪਿਤਾ ਰਾਏ ਭੋਏ ਦੀ ਤਲਵੰਡੀ ਤੇ ਬੜੇ ਪਰੇਸ਼ਾਨ ਨੇ, ਦੁਖੀ ਨੇ, ਗੁਰੂ ਸਾਹਿਬ ਕਿੱਥੇ ਬੈਠੇ ਆ, ਘਰ ਕਿਉਂ ਛੱਡ ਦਿੱਤਾ, ਮੋਦੀ ਖਾਨਾ ਕਿਉਂ ਤਿਆਗ ਦਿੱਤਾ। ਪਰ ਐਸੀ ਚੇਟਕ ਗੁਰੂ ਦੇ ਪ੍ਰੇਮ ਦੀ ਲੱਗੀ ਹੈ, ਭਾਈ ਮਰਦਾਨਾ ਭੁੱਲ ਗਿਆ ਦੁਨੀਆਦਾਰੀ, ਸਤਿਗੁਰਾਂ ਦੇ ਪਿਆਰ 'ਚ ਇੰਨਾ ਮਗਨ ਹੋਇਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਵਾਹ ਮਰਦਾਨਿਆ ਆਨੰਦ ਆ ਗਿਆ। ਆਖੋ ਸਤਨਾਮ। ਜਿਹਨੂੰ ਰੱਬ ਨੇ ਆਪ ਕਿਹਾ ਹੋਵੇ ਆਨੰਦ ਆ ਗਿਆ। ਤੇ ਆਨੰਦ ਫਿਰ ਕੈਸਾ ਹੋਣਾ ਏ। ਬਹੁਤ ਦੇਸ਼ ਢਾਡੀ ਮੈਂ ਦੇਖੇ, ਹਸ ਗੁਣ ਕਿਹ ਮੈਂ ਨਹੀਂ ਵਸਿਖੇ। ਸਤਿਗੁਰਾਂ ਦੇ ਇਹ ਬਚਨ ਕਹਿਣ ਤੋਂ ਬਾਅਦ ਕੋਲ ਬੈਠਾ ਢਾਡੀ ਹੱਥ ਜੋੜ ਭਾਈ ਮਰਦਾਨੇ ਦੇ ਚਰਨਾਂ ਤੇ ਲੰਮਾ ਪੈ ਗਿਆ। ਕਹਿੰਦਾ, ਮਰਦਾਨਿਆ ਮੈਂ ਬੜਿਆਂ ਦੇਸ਼ਾਂ ਵਿੱਚ ਘੁੰਮਿਆ, ਵੱਡੇ ਵੱਡੇ ਮੈਂ 73 ਲੋਕ ਵੇਖੇ ਰਬਾਬੀ, ਪਰ ਤੇਰੀ ਰਬਾਬ ਤੋਂ ਸਭ ਭੁੰਜੇ ਹੀ ਨੇ। ਆਖੋ ਸਤਨਾਮ। ਐਸੀ ਧੁਨ ਨਹੀਂ ਹੈ। ਜਿਹੜਾ ਮਜ਼ਿਆ ਹੁੰਦਾ ਨਾ ਬੰਦਾ, ਉਹ ਵਾਜੇ ਦੀ ਸੁਰ ਤੇ ਹੱਥ ਰੱਖੇ ਤੇ ਪਤਾ ਲੱਗ ਜਾਂਦਾ ਵੀ ਇਹਨੇ ਕਰਨਾ ਕੀ ਹੈ। ਜਦੋਂ ਪਹਿਲਾ ਸ਼ਬਦ ਬੋਲੇ ਪਤਾ ਲੱਗ ਜਾਂਦਾ ਤੱਥ ਕਿੰਨਾ ਕਹਿ, ਦਮ ਕਿੰਨਾ ਕਹਿ। ਭਾਈ ਮਰਦਾਨੇ ਨੇ ਜਦੋਂ ਤਾਰ ਤੇ ਹੱਥ ਰੱਖਿਆ ਸੀ, ਬਿਰਤੀ ਉਦੋਂ ਹੀ ਜੁੜ ਗਈ ਸੀ, ਇਕਾਗਰ ਚਿੱਤ ਉਦੋਂ ਹੋ ਗਿਆ। ਭਾਈ ਮਰਦਾਨਾ ਮਹਾਰਾਜ ਵੱਲ ਵੇਖੇ, ਕਹਿੰਦਾ ਬਾਦਸ਼ਾਹ ਮੈਨੂੰ ਤੇ ਸਮਝ ਨਹੀਂ ਆਉਂਦਾ ਇਹ ਹੋ ਕੀ ਰਿਹਾ। ਸਤਿਗੁਰ ਕਹਿੰਦੇ, ਮਰਦਾਨਿਆ ਜਿਹੜੀ ਦਾਤ ਉਸ ਕਰਤੇ ਕਰਤਾਰ ਸਤਿਪੁਰਖ ਨੇ ਤੈਨੂੰ ਬਖਸ਼ੀ ਆ ਨਾ, ਉਹਦੀ ਸੋਝੀ ਅਜੇ ਤੈਨੂੰ ਵੀ ਨਹੀਂ। ਆਖੋ ਸਤਨਾਮ। ਪਰਮਾਤਮਾ ਨੇ ਹਰ ਵਿਅਕਤੀ ਨੂੰ ਕੋਈ ਨਾ ਕੋਈ ਗੁਣ ਦਿੱਤਾ ਹੋਇਆ ਹੈ, ਪਰ ਅਸੀਂ ਆਪਣੇ ਗੁਣਾਂ ਦੀ ਵੀ ਕਦੇ ਸੰਭਾਲ ਨਹੀਂ ਕੀਤੀ। ਦੂਜਿਆਂ ਦੇ ਔਗਣ ਵੇਖੇ, ਆਪਣੇ ਗੁਣਾਂ ਨੂੰ ਔਗਣ ਬਣਾ ਲਿਆ। ਪਿਆਰਿਓ, ਹਰ ਬੰਦਾ ਦੁਨੀਆ ਵਿੱਚ ਯੂਨੀਕ ਹੁੰਦਾ ਏ। ਹਰ ਵਿਅਕਤੀ ਦੇ ਗੁਣ ਖਾਸ ਹੁੰਦੇ ਨੇ। ਤੁਹਾਡੇ ਗੁਣ ਮੇਰੇ 'ਚ ਨਹੀਂ ਆਉਣੇ ਤੇ ਮੇਰੇ ਗੁਣ ਤੁਹਾਡੇ 'ਚ ਨਹੀਂ ਆ ਸਕਦੇ। ਹਰ ਵਿਅਕਤੀ ਗੁਣਾਂ ਦਾ ਭਰਿਆ, ਔਗਣ ਵੀ ਹੋਣਗੇ, ਇਹ ਅਲੱਗ ਵਿਸ਼ਾ ਹੈ। ਪਰ ਉਸ ਵੇਲੇ ਢਾਡੀ ਰੋ ਰੋ ਕੇ ਕਹਿੰਦਾ, ਮਰਦਾਨਿਆ ਤੇਰੇ ਜੈਸਾ ਕੋਈ ਨਹੀਂ, ਤੇਰੇ ਜਿਹਾ ਹੋਣਾ ਜੱਗ ਤੇ ਬੜਾ ਔਖਾ ਏ। ਦੋਹਰ ਸ੍ਰੀ ਨਾਨਕ ਬੋਲੇ ਬੋਹਰ, ਕਹ ਮਰਦਾਨਾ ਬੈਨ, ਕੈਸੋ ਗੁਣ ਮਨ ਮਾਨਿਆ, ਗਾਵਨ ਤਾਰ ਬਜੈਨ। ਜਦੋਂ ਭਾਈ ਮਰਦਾਨਾ ਦੀ ਬਿਸਮਾਦ ਵਿੱਚ ਬੈਠੇ ਆ, ਕੁਝ ਸਮਝ ਨਹੀਂ ਆਉਂਦਾ। ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਆਖਣ ਲੱਗੇ, ਵੇ ਮਰਦਾਨਿਆ ਤੂੰ ਬੋਲ ਕੋਈ ਬਚਨ, ਦੱਸ ਫਿਰ ਰਬਾਬ ਕਿਵੇਂ ਲੱਗੀ। ਭਾਈ ਮਰਦਾਨਾ ਜੀ ਨੇ ਨੇਤਰ ਨੀਵੇਂ ਕਰ ਲਏ, ਅੱਖਾਂ 'ਚੋਂ ਹੰਝੂਆਂ ਦੀ ਧਾਰਾ ਵਗ ਪਈ। ਜੋ ਕੁਛ ਮਿੰਟ ਪਹਿਲਾਂ ਕਹਿੰਦੇ ਸੀ, ਬਾਬਾ ਮੈਨੂੰ ਰਬਾਬ ਫੜਨੀ ਨਹੀਂ ਆਉਂਦੀ, ਮੈਨੂੰ ਰਬਾਬ ਵਜਾਉਣੀ ਨਹੀਂ ਆਉਂਦੀ, ਅਸਾਂ ਨਾਲ ਤੁਸੀਂ ਮਜ਼ਾਕ ਕਰਦੇ ਹੋ, ਮਖੌਲ ਕਰਦੇ ਹੋ,
ਅੱਖਾਂ ਭਰ ਆਈਆਂ। ਮਰਦ ਕਹਿੰਦੇ ਮਰਦਾਨਿਆਂ ਲੱਗ ਗਿਆ ਹੋਣਾ ਪਤਾ ਰਬਾਬ ਕੀ ਹੈ, ਕਿੱਡਾ ਵੱਡਾ ਗੁਣ ਤੇਰੇ ਕੋਲੇ ਹੈ। ਸੱਚੀ ਉਦੋਂ ਪਹਿਲੀ ਵਾਰ ਭਾਈ ਮਰਦਾਨਾ ਤਾਂ ਹੀ ਰੋਇਆ ਸੀ ਪਿਆਰ 'ਚ। ਪ੍ਰੇਮ ਦਾ ਰੋਣਾ ਕੋਈ ਰੋਣਾ ਨਹੀਂ ਹੁੰਦਾ, ਆਪਾਂ ਕੁਰਬਾਨ ਕਰਨਾ ਹੁੰਦਾ ਏ। ਸਤਿਗੁਰਾਂ ਦੇ ਸਾਹਮਣੇ ਕਹਿੰਦੇ ਨਿਰ ਉੱਤਰ ਹੈ ਭਾਈ ਮਰਦਾਨਾ, ਕੋਈ ਜਵਾਬ ਨਹੀਂ ਸੁਝਦਾ। ਚੌਪਈ ਸੁਣੋ ਪ੍ਰਭੂ ਆਨਨ ਇਕ ਮੇਰੋ, ਕੇ ਬਿਦ ਸੋ ਜਸ ਬਖਾਨੋ ਤੇਰੋ। ਹੁਣ ਜਦੋਂ ਸਤਿਗੁਰਾਂ ਨੇ ਆਖਿਆ ਮਰਦਾਨਿਆ ਦੱਸੇ ਗੁਣ ਕਿਵੇਂ ਹੈ, ਰਵਾਬ ਕਿਵੇਂ ਹੈ, ਉਦੋਂ ਇੱਕੋ ਹੀ ਸ਼ਬਦ ਸੀ, ਉਹ ਰੱਬਾ ਮੇਰਿਆ ਤੇਰੇ ਮੈਂ ਕਿਹੜੇ ਕਿਹੜੇ ਗੁਣ ਗਾਵਾਂ। ਆਖੋ ਸਤਨਾਮ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਸਜਣਾ ਉਹ ਪਿਆਰਿਆ ਐ ਸਤ ਕਰਤਾਰ ਗੁਰੂ ਨਾਨਕ ਪਾਤਸ਼ਾਹ, ਤੇਰੀ ਮੈਂ ਕੀ ਮਹਿਮਾ ਗਾਵਾਂ, ਕਿਹੜੇ ਕਿਹੜੇ ਗੁਣਾਂ ਨੂੰ ਮੈਂ ਤੇਰਿਆਂ ਨੂੰ ਗਾਵਾਂ। ਤੂੰ ਬੇਅੰਤ ਹੈ, ਤੂੰ ਵੱਡਾ ਹੈ, ਤੂੰ ਡਾਢਾ ਹੈ। ਹੁਣ ਦੁਨੀਆ ਦੇ ਵਿੱਚ ਆਪਾਂ ਆਪ ਸੁਣਦੇ ਹਾਂ ਰੱਬ ਵੱਡਾ ਹੈ, ਸਤਿਗੁਰ ਕਹਿੰਦੀ ਉਹ ਵੱਡਾ ਹੈ, ਪਰ ਇਹ ਕਹਿਤਾ ਵੀ ਉਹ ਤੇਰੇ ਕਹਿਣ ਦੇ ਵੱਡੇ ਤੋਂ ਵੱਡਾ ਏ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕਹਿੰਦੇ ਸੁਣਿਆ ਤੈਨੂੰ ਸਾਰੇ ਵੱਡਾ ਕਹਿੰਦੇ ਨਹੀਂ, ਪਰ ਕਿੰਨਾ ਕੁ ਵੱਡਾ ਹੈ ਇਹ ਕਿਸੇ ਨੇ ਨਹੀਂ ਵੇਖਿਆ। ਵੱਡਾ ਸ਼ਬਦ ਵੀ ਕੇਵਲ ਸ਼ਬਦਾਂ ਦੇ ਵਿੱਚ ਹੈ। ਤੂੰ ਬੇਅੰਤ ਹੈ, ਬੇਅੰਤ ਸ਼ਬਦ ਵੀ ਉੱਥੇ ਆ ਕੇ ਮੁੱਕ ਜਾਂਦਾ ਏ। ਤੋਂ ਅੱਗੇ ਆਪਾਂ ਕੀ ਬੋਲੀਏ, ਜ਼ੁਬਾਨ ਰੁਕ ਜਾਂਦੀ ਆ ਨਾ। ਪਰ ਕਹਿੰਦੀ ਉਸ ਪਰਮਾਤਮਾ ਦੀ ਮਹਿਮਾ ਬੇਅੰਤ ਤੋਂ ਕਿਤੇ ਬੇਅੰਤ ਹੈ। ਉਹ ਵੱਡੇ ਤੋਂ ਵੱਡਾ, ਵੱਡੇ ਤੋਂ ਵੱਡਾ ਹੈ। ਆ ਵੱਡਾ ਸ਼ਬਦ ਇੱਕ ਗਿਣਤੀ ਦਾ ਵਾਚਕ ਹੈ ਵੀ ਵੱਡਾ ਹੈ, ਇਹ ਤੋਂ ਵੱਡਾ ਮਹਾ ਵੱਡਾ ਕੀ ਹੋਊਗਾ। ਪਰ ਕਹਿੰਦੇ ਤੂੰ ਵੱਡਿਆਂ ਤੋਂ ਵੱਡਾ ਹੈ। ਭਾਈ ਮਰਦਾਨਾ ਕਹਿੰਦੇ ਮਹਾਰਾਜ ਤੇਰੀ ਮਹਿਮਾ, ਤੇਰੇ ਗੁਣ ਬੇਅੰਤ ਵੱਡੇ ਹਨ। ਪੂਰਨ ਪੁਰਖ ਕੀ ਆਪ ਖੁਦਾਈ, ਜਿਹੇ ਬਚਤੇ ਮੁਝ ਅਸ ਗੁਣ ਆਏ। ਅੱਜ ਪਹਿਲੀ ਵਾਰ ਭਾਈ ਮਰਦਾਨਾ ਕਹਿੰਦੇ ਬਾਬਾ ਤੇਰੇ ਵਿੱਚ ਹੀ ਅੱਜ ਮੈਨੂੰ ਖੁਦਾ ਦਿਸਿਆ। ਆਖੋ ਸਤਨਾਮ ਅੱਜ ਵੇਖਿਆ ਤੇਰੇ ਚ ਖੁਦਾ ਮੈਂ। ਆ ਗੁਣ ਮੇਰਾ ਨਹੀਂ ਸਭ ਤੇਰਾ ਏ। ਮੈਨੂੰ ਤੇ ਰਵਾਬ ਫੜਨੀ ਗਰੀਬ ਨੂੰ ਨਹੀਂ ਸੀ ਆਉਂਦੀ, ਤੂੰ ਮੈਨੂੰ ਰਵਾਬੀ ਬਣਾ ਲਿਆ, ਰਵਾਬ ਸਿਖਾ ਦਿੱਤੀ ਹੈ। ਕਿਉਂਕਿ ਇਹ ਤੋਂ ਪਹਿਲਾਂ ਭਾਈ ਮਰਦਾਨਾ ਸਤਿਗੁਰਾਂ ਨੂੰ ਆਪਣਾ ਮਿੱਤਰ ਸਮਝਦਾ ਸੀ। ਮਾੜੀ ਮੋਟੀ ਕਿਰਪਾ ਸੀ। ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਮਝਣ ਵਾਲੇ ਜਾਂ ਬੇਬੇ ਨਾਨਕੀ ਜੀ ਨੇ, ਜਾਂ ਭਾਈ ਬਾਲਾ ਜੀ ਨੇ, ਜਾਂ ਪਾਦਾ ਜੀ ਨੇ, ਜਾਂ ਫਿਰ ਪੰਡਤ ਹਰਦਿਆਲ ਜੀ ਨੇ। ਜੇ ਹੁਣ ਨੇੜੇ ਤੇੜੇ ਸਮਝੇ ਐ ਤੇ ਸਮੇਂ ਦੇ ਨਵਾਬ ਨੇ ਸਮਝ ਲਿਆ। ਬਾਕੀ ਸਭ ਇਦਾਂ ਹੀ ਜਾਣਦੇ ਸੀ, ਕੋਈ ਝੱਲਾ ਕਹਿੰਦਾ, ਕੋਈ ਕਮਲਾ ਕਹਿੰਦਾ, ਕੋਈ ਭੂਤਨਾ ਕਹਿੰਦਾ। ਜੋ ਜੋ ਕਿਸੇ ਦੇ ਦਿਲ ਦਿਮਾਗ ਵਿੱਚ ਆਇਆ ਉਹਨੇ ਬਾਬੇ ਨਾਨਕ ਨੂੰ ਆਪਣੀ ਮੱਤ ਨਾਲ ਵੇਖਿਆ, ਆਪਣੀ ਸੋਚ ਨਾਲ ਤੱਕਿਆ। ਅੱਜ ਭਾਈ ਮਰਦਾਨੇ ਤੇ ਕਿਰਪਾ ਹੋ ਗਈ। ਕਹਿੰਦਾ ਮਹਾਰਾਜ ਇਹ ਗੁਣ ਤੁਹਾਡਾ ਹੀ ਹੈ, ਮੈਂ ਅਣਜਾਣ ਹਾਂ, ਮੈਂ ਔਗਣਾ ਦਾ ਭਰਿਆ ਹੋਇਆ ਹਾਂ। ਐਡਾ ਵੱਡਾ ਗੁਣ ਦਾ ਸਾਗਰ ਖਜ਼ਾਨਾ ਤੁਸੀਂ ਬਖਸ਼ਿਆ, ਮੈਥੋਂ ਭਾਰ ਚੁੱਕਿਆ ਜਾਣਾ ਨਹੀਂ। ਜਿਹੇ ਬਿਦ ਬਦਨ ਬਦਹੁ ਸੁਖ ਧਾਮਾ, ਤੇਹ ਬਿਦ ਕਰਹੁ ਅਬੈ ਸੁਖ ਕਾਮਾ। ਅਗਲਾ ਬਚਨ ਭਾਈ ਮਰਦਾਨਾ ਖੁਸ਼ ਹੋ ਕੇ ਆਖਣ ਲੱਗੇ, ਕਹਿੰਦੇ ਬਾਬਾ ਤੁਸਾਂ ਨੇ ਜੋ ਅੱਜ ਤੋਂ ਕਹਿਣਾ ਅਸਾਂ ਉਹੀ ਮੰਨਣਾ ਹੈ। ਕਿਉਂਕਿ ਕੁਛ ਦਿਨ ਪਹਿਲਾਂ ਆਪ ਜੀ ਨੇ ਸੁਣਿਆ ਮਰਦ ਕਹਿੰਦੇ ਸੀ ਮਰਦਾਨਿਆ ਸਾਡੇ ਕੋਲ ਦੁੱਖ ਨੇ, ਭੁੱਖ ਨੇ, ਨੰਗ ਪੁਣਾ, ਧੱਕੇ ਨੇ, ਠੋਕਰਾਂ ਨੇ, ਤੇ ਜੇ ਘਰ ਜਾਏਗਾ ਸਾਡੇ ਪਿਤਾ ਕੋਲ ਮਾਇਆ ਮਿਲੂਗੀ, ਘਰ ਦੇ ਸੁੱਖ, ਪਰਿਵਾਰ ਦੇ ਸੁੱਖ, ਮੌਜਾਂ ਨੇ, ਉੱਠਣਾ ਬੈਠਣਾ, ਸਮੇਂ ਨਾਲ ਖਾਣਾ, ਇੱਥੇ ਕੀ ਮਿਲਣਾ ਤੈਨੂੰ। ਪਰ ਕਹਿੰਦੇ ਆਪਣਾ ਮਨ ਆਪਣੀ ਜ਼ਿੰਮੇਵਾਰੀ ਤੇ ਬਣਾਈ, ਕੱਲ੍ਹ ਨੂੰ ਸਾਨੂੰ ਨਾ ਕਹੀਂ ਬਾਬਾ ਤੇਰੇ ਨਾਲ ਰਹਿ ਕੇ ਭੁੱਖਾ ਮਰ ਗਿਆ, ਤੇਰੇ ਨਾਲ ਰਹਿ ਕੇ ਦੁੱਖ ਮਿਲ ਗਏ, ਘਰੇ ਬੜੀਆਂ ਮੌਜਾਂ ਸੀ, ਬੜੇ ਸੁੱਖ ਸਨ। ਅੱਜ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਨੂੰ ਆਖਣ ਲੱਗੇ ਪਾਤਸ਼ਾਹ ਮੈਂ ਤੇਰੀ ਰਜ਼ਾ ਵਿੱਚ ਹੀ ਰਹਿਣਾ ਹੈ, ਤੇਰੇ ਮੁਤਾਬਕ ਹੀ ਚੱਲਣਾ ਹੈ, ਜਿਵੇਂ ਤੁਸੀਂ ਚਲਾਓਗੇ ਅਸੀਂ ਉਵੇਂ ਹੀ ਚੱਲਦੇ ਰਹਿਣਾ ਏ। ਸੁਣ ਬੋਲੇ ਪ੍ਰਭ ਦੀਨ ਦਿਆਲਾ, ਲਿਹੋਰ ਬਾਬਾ ਜੋ ਰੁਚਰ ਬਿਸਾਲਾ। ਫਿਰ ਮਰਦ ਆਖਣ ਲੱਗੇ ਮਰਦਾਨਿਆ ਜੇ ਤੂੰ ਸੱਚਮੁੱਚ ਸਾਡਾ ਬਚਨ ਮੰਨਦਾ ਤੇ ਕਮਾਉਣਾ ਨਾ, ਜਾ ਫਿਰ ਸੋਹਣੀ ਜੀ ਰਵਾਬ ਲੈ ਕੇ ਆ, ਸੋਹਣੀ ਰਵਾਬ। ਭਾਈ ਮਰਦਾਨਾ ਕਹਿੰਦਾ ਜੀ ਸਤ ਬਚਨ, ਸਿੱਖ ਬਣ ਗਿਆ ਨਾ, ਸੇਵਕ ਬਣ ਗਿਆ। ਸੇਵਕ ਤੇ ਸਿੱਖੀ ਵਿੱਚ ਕੋਈ ਨਖਰਾ ਨਹੀਂ, ਜਿੱਥੇ ਨਖਰਾ ਤੇ ਆਕੜਾ ਉੱਥੇ ਸਿੱਖ ਕਦੇ ਨਹੀਂ। ਆਖੋ ਸਤਨਾਮ
ਇਹ ਤੋਂ ਪਹਿਲਾਂ ਭਾਈ ਮਰਦਾਨੇ ਨੂੰ ਮਹਾਰਾਜ ਕੋਈ ਬਚਨ ਕਹਿੰਦੇ ਸੀ, ਉਹ ਟਾਲ ਮਟੋਲਾ ਜਿਹਾ ਵੱਟ ਜਾਂਦੇ ਹੁੰਦੇ ਸੀ ਕਈ ਵਾਰ, ਵੀ ਲੈ ਛੱਡ ਪਰ ਆਪਾਂ ਨੂੰ ਕੀ ਭਾਈ ਬਾਲਾ ਜਾ ਆਊ। ਪਰ ਅੱਜ ਭਾਈ ਮਰਦਾਨਾ ਗੁਰੂ ਦੇ ਹੁਕਮਾਂ ਤੋਂ ਆਪਾ ਕੁਰਬਾਨ ਕਰਦੇ ਨੇ। ਐਸੀ ਬਖਸ਼ਿਸ਼, ਐਸੀ ਦਇਆ ਹੋਈ ਹੈ, ਅੰਦਰੋਂ ਪਛਾਣ ਲਿਆਓ ਇਹ ਤੇ ਖੁਦਾਬੰਦ ਕਰੀਮ ਕਰਤਾ ਪਰਮਾਤਮਾ ਹੈ। ਇਹ ਤੇ ਰੱਬ ਆਪ ਬੈਠਾ ਅੱਖਾਂ ਸਾਵੇ। ਮਰਦ ਕਹਿੰਦੇ ਮਰਦਾਨਿਆ ਰਬਾਬ ਲੈ ਆ, ਕੋਈ ਸਵਾਲ ਨਹੀਂ ਕੀਤਾ ਕਿੱਥੋਂ ਲੈ ਕੇ ਆਵਾਂ, ਕਿਵੇਂ ਲੈ ਕੇ ਆਵਾਂ, ਪੈਸੇ ਨਹੀਂ, ਕੈਸੀ ਲੈ ਕੇ ਆਵਾਂ ਰਬਾਬ। ਕਹਿੰਦੇ ਸਤ ਬਚਨ, ਉਸੇ ਵੇਲੇ ਸੀਸ ਝੁਕਾਇਆ ਏ। ਦੋਹਰਾ ਪ੍ਰਭ ਜੀ ਲਿਹੋ ਤੰਬੂਰ ਕੋ, ਸ਼ੁਭ ਆਵਾਜ਼ ਹੋਈ ਜਾਹੇ, ਸੁੰਦਰ ਹਰ ਵੋ ਭਾਰ ਮੇ, ਗਾਏ ਬਜਾਵੋ ਤਾਹੇ। ਸਤਿਗੁਰਾਂ ਦੇ ਪਾਸ ਢਾਡੀ ਬੈਠਾ ਸੀ। ਉਹ ਢਾਡੀ ਨੂੰ ਅਜੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪਛਾਣ ਨਹੀਂ। ਉਹ ਕੇਵਲ ਇੰਨਾ ਜਾਣਦਾ ਹੈ ਭਲੇ ਇਨਸਾਨ ਨੇ, ਫਕੀਰ ਲੋਕ ਨੇ, ਸਾਧੂ ਲੋਕ ਨੇ, ਕਿਉਂਕਿ ਗੁਰੂ ਦੀ ਕਿਰਪਾ ਨਾ ਗੁਰੂ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋ ਸਕਦੀ। ਜੇ ਕੋਈ ਸਤ ਸੰਗ ਵਿੱਚ ਬਹਿੰਦਾ ਆਪਣੀ ਮਰਜ਼ੀ ਨਾਲ ਨਹੀਂ ਬਹਿ ਸਕਦਾ, ਜੇ ਸਤਿਗੁਰਾਂ ਬਿਠਾਇਆ ਤਾਂ ਬੈਠਾ। ਕਿਰਪਾ ਵੀ ਉਹਦੀ ਰਜ਼ਾ ਨਾਲ ਹੈ, ਉਹਦੀ ਦਇਆ ਨਾਲ ਹੈ। ਬੜੇ ਲੋਕ ਆਉਂਦੇ ਆ ਸੰਗਤ ਵਿੱਚ ਸੌਂ ਸੂ ਕੇ ਘਰਾਂ ਨੂੰ ਚਲੇ ਜਾਂਦੇ ਆ, ਗੱਲਾਂ ਬਾਤਾਂ ਕਰਕੇ ਤੁਰ ਪੈਂਦੇ ਆ। ਜਿਹਨੂੰ ਉਹ ਬਿਠਾਉਂਦਾ ਨਾ, ਜਿਹਨੂੰ ਉਹ ਸੁਣਾਉਂਦਾ, ਉਹਦਾ ਫੁਰਨਾ ਵੀ ਕੋਈ ਨਹੀਂ ਆਉਂਦਾ। ਭਾਈ ਮਰਦਾਨਾ ਜੀ ਕੋਲੇ ਬੈਠੇ ਤੇ ਉਹ ਢਾਡੀ ਕਹਿੰਦਾ ਮਹਾਰਾਜ ਇਹ ਰਵਾਬ ਆ ਨਾ ਜਿਹੜੀ, ਇਹ ਥੋੜੀ ਜਿਹੀ ਭਾਰੀ ਹੈ। ਉਹ ਸੁਣ ਲਿਆ ਭਾਈ ਮਰਦਾਨੇ ਨੇ। ਕਹਿੰਦਾ ਮਹਾਰਾਜ ਇਹ ਗੱਲ ਬੜੀ ਸੋਹਣੀ ਕਰਦੇ ਆ, ਢਾਡੀ ਸਾਹਿਬ ਦੀ ਜ਼ਿੰਦਗੀ ਦਾ ਤਜਰਬਾ ਹੈ। ਪਾਤਸ਼ਾਹ ਰਵਾਬ ਸੱਚਮੁੱਚ ਭਾਰੀ ਹੁੰਦੀ ਹੈ, ਜੇ ਤੁਸੀਂ ਕਹੋ ਤੇ ਮੈਂ ਤੰਬੂਰ ਨਾ ਲੈ ਆਵਾਂ। ਤੰਬੂਰ ਨਾ ਮੈਂ ਤਾਊਸ ਦਾ। ਤੁਸੀਂ ਵੇਖਿਆ ਹੋਣਾ ਤੰਤੀ ਸਾਜ਼ਾਂ ਵਿੱਚ ਤੰਬੂਰ ਇੱਕ ਵੱਡਾ ਸਾਜ਼ ਹੁੰਦਾ ਜਿਹੜਾ ਸਾਈਜ਼ ਕਰਕੇ ਬਹੁਤ ਵੱਡਾ ਹੁੰਦਾ, ਪਰ ਭਾਰਾ ਨਹੀਂ ਹੁੰਦਾ। ਮਰਦਾਨਾ ਸਤਿਗੁਰਾਂ ਦਾ ਪ੍ਰੇਮੀ ਹੈ, ਮਿੱਤਰ ਹੈ। ਜੇ ਉਹ ਗੁਰੂ ਨੂੰ ਆਪਣਾ ਗੁਰੂ ਜਾਣਦਾ ਤੇ ਗੁਰੂ ਨੂੰ ਮਿੱਤਰ ਯਾਰ ਵੀ ਸਮਝਦਾ ਹੈ। ਦੁਨੀਆ ਦੇ ਧਰਮਾਂ ਨੂੰ ਸਟੱਡੀ ਕਰਕੇ ਵੇਖਿਓ, ਤੁਹਾਨੂੰ ਕਿਤੇ ਨਹੀਂ ਮਿਲਣਾ ਕੋਈ ਰਹਿਬਰ ਪੀਰ ਪੈਗੰਬਰ ਆਪਣੇ ਸੇਵਕਾਂ ਦਾ ਮਿੱਤਰ ਵੀ ਹੋਵੇ, ਸਾਥੀ ਵੀ ਹੋਵੇ, ਸੇਵਕ ਵੀ ਹੋਵੇ। ਇੱਕੋ ਇੱਕ ਧਰਮ ਸੰਸਾਰ ਤੇ ਮਿਲਣਾ ਗੁਰੂ ਨਾਨਕ ਸਾਹਿਬ ਦਾ। ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰੂ ਵੀ ਹੈ, ਚੇਲਾ ਵੀ ਹੈ, ਤੇ ਗੁਰੂ ਨਾਨਕ ਸਾਹਿਬ ਤੋਂ ਚੱਲੇ ਆਇਆ ਸਮਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਰੀ ਬਾਣੀ ਵਿੱਚ ਆਪਣੇ ਆਪ ਨੂੰ ਦਾਸ ਲਿਖਦੇ ਨੇ। ਦਾਸ ਕਿਤੇ ਰੱਬ ਨਹੀਂ ਲਿਖੇ, ਸੇਵਕ ਲਿਖ ਰਹੇ ਆ। ਤੇ ਉਹ ਆਪਣੇ ਸੇਵਕਾਂ ਨੂੰ ਕੱਲਾ ਸੇਵਕ ਨਹੀਂ ਮਿੱਤਰ ਬਣਾ ਕੇ ਰੱਖਦੇ ਆ। ਭਾਈ ਬਾਲਾ ਮਿੱਤਰ ਹੈ, ਸੇਵਕ ਵੀ ਹੈ। ਭਾਈ ਮਰਦਾਨਾ ਯਾਰ ਵੀ ਹੈ ਤੇ ਪਿਆਰਾ ਅਨੰਨ ਸੇਵਕ ਵੀ ਹੈ। ਦੱਸੋ ਕੋਈ ਦੁਨੀਆ ਤੇ ਅੱਜ ਦਾ ਇਹੋ ਜਿਹਾ ਗੁਰੂ ਹੈ ਕੱਚਾ ਪੱਕਾ ਜੋ ਆਪਣੇ ਸੇਵਕ ਨੂੰ ਰੁਤਬਾ ਦੇ ਵੀ ਤੂੰ ਵੀ ਗੁਰੂਆਂ ਕਦੇ ਸਮਾਂ ਹੋਵੇ। ਇਹ ਖਾਲਸਾ ਪੰਥੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖਾਲਸਾ ਖੜਿਆ ਤਾਂ ਵੀ ਰੱਬ ਰੂਪ ਹੈ। ਜੇ ਗੁਰੂ ਗ੍ਰੰਥ ਸਾਹਿਬ ਨਹੀਂ ਹਾਜ਼ਰ ਨਾ, ਪੰਜ ਪਿਆਰੇ ਖੜੇ ਤੇ ਗੁਰੂ ਦਾ ਰੂਪ ਨੇ। ਇੱਕੋ ਹੀ ਸਰੂਪ ਹਨ, ਇੱਕੋ ਹੀ ਜਿੰਦ ਜਾਨ ਹੈ। ਇਹ ਕੇਵਲ ਸਿੱਖ ਧਰਮ 'ਚ ਹੀ ਮਿਲਣਾ ਹੈ। ਸਤਿਗੁਰ ਕਹਿੰਦੇ ਮਰਦਾਨਿਆ ਹੁਕਮ ਕਰ। ਕਹਿੰਦਾ ਮਰਦ ਇਹ ਨਾ ਭਾਰੀ ਹੈ ਰਬਾਬ ਥੋੜੀ ਜੀ, ਕਿਉਂਕਿ ਮਰਦਾਨਾ ਹੁਣ ਜਾਣ ਗਿਆ ਵੀ ਸਾਨੂੰ ਤੇ ਪਤਾ ਨਹੀਂ ਕਿੱਥੇ ਕਿੱਥੇ ਫਿਰਨਾ ਪੈਣਾ ਹੈ। ਅਹਿਸਾਸ ਹੋਣ ਲੱਗ ਪਿਆ ਵੀ ਬਾਬੇ ਨੇ ਉਦਾਸੀਆਂ ਸ਼ੁਰੂ ਕਰਨੀਆਂ ਨੇ। ਸਮੁੰਦਰਾਂ ਤੇ ਵੀ ਜਾਣਾ ਹੈ, ਜੰਗਲਾਂ 'ਚ ਵੀ ਜਾਣਾ ਹੈ, ਦੇਸ਼ਾਂ ਵਿਦੇਸ਼ਾਂ ਵਿੱਚ ਵੀ ਜਾਣਾ ਹੈ, ਕਿਤੇ ਰਬਾਬ ਭਾਰੀ ਨਾ ਲੱਗੇ। ਮਰਦ ਜੇ ਆਪਾਂ ਤੰਬੂਰ ਰੱਖ ਲਈਏ ਆਵਾਜ਼ ਵੀ ਸੋਹਣੀ ਹੈ ਤੇ ਭਾਰ ਵਿੱਚ ਹਲਕਾ ਹੋਏਗਾ। ਚੌਪਈ ਸ਼੍ਰੀ ਮੁਖ ਬੋਲੇ ਸੁਣ ਮਰਦਾਨਾ, ਸੁਦੋ ਬਾਦਤ ਇਹ ਸੁਖ ਸਾਨਾ। ਤੇ ਮਰਦ ਨੇ ਫਿਰ ਇੱਕ ਜਵਾਬ ਦਿੱਤਾ ਸੀ ਭਾਈ ਮਰਦਾਨੇ ਨੂੰ। ਕਹਿੰਦੇ ਮਰਦਾਨਿਆ ਸਾਜ਼ ਸਾਰੇ ਚੰਗੇ ਨੇ, ਕੋਈ ਮਾੜਾ ਨਹੀਂ ਹੈ, ਪਰ ਰਵਾਬ ਇੱਕ ਸਿੱਧਾ ਸਾਜ਼ ਹੈ, ਇਹ 'ਚ ਵਿਕਾਰ ਨਹੀਂ ਹੈ। ਤੁਸੀਂ ਹਾਰਮੋਨੀਅਮ ਤੇ ਗੀਤ ਦੀ ਧੁਨ ਸੁਣੋਗੇ ਮਨ ਵਿਕਾਰੀ ਹੋ ਜਾਏਗਾ। ਵਾਇਲਨ ਤੇ ਸੁਣੋਗੇ, ਕਿਸੇ ਚੀਜ਼ ਤੇ ਸੁਣੋਗੇ, ਵੇਖੋ ਸਾਰੇ ਸਾਜ਼ ਚੰਗੇ ਆ। ਇਹ ਆਪਣੀ ਮਰਜ਼ੀ ਹੈ ਤੁਸੀਂ ਉਹ 'ਚ ਗੀਤ ਗਾਉਣਾ ਜਾਂ ਸ਼ਬਦ ਗਾਉਣਾ। ਪਰ ਗੁਰੂ ਸਾਹਿਬ ਬੜੀ ਡੂੰਘੀ ਗੱਲ ਦੱਸਦੇ ਆ। ਕਹਿੰਦੇ ਤਾਊਸ ਵਜਾਏਗਾ, ਕਿਤੇ ਸੁਰ ਗਲਤ ਲੱਗ ਗਿਆ ਨਾ ਵਿਕਾਰੀ ਹੋ ਜਾਏਗਾ, ਜੀਵਨ ਉਸ ਪਾਸੇ ਚਲਿਆ ਜਾਏਗਾ। ਮਿਊਜ਼ਿਕ ਮਨ ਦੀ ਖੁਰਾਕ ਹੈ, ਸੰਗੀਤ ਰੂਹ ਦੀ। ਤੇ ਜਿਹੋ ਜਿਹਾ ਸੰਗੀਤ ਹੋਏਗਾ ਨਾ ਬੰਦੇ ਦੀ ਬਿਰਤੀ ਉਹੋ ਜਿਹੀ ਹੋ ਜਾਂਦੀ ਹੈ। ਜਿਹੋ ਜਿਹਾ ਸੰਗੀਤ ਬੰਦਾ ਸੁਣਦਾ ਉਹਦੇ ਜੀਵਨ ਤੇ ਪ੍ਰਭਾਵ ਦਿਸਦਾ ਹੈ। ਤੇ ਸਤਿਗੁਰ ਕਹਿੰਦੇ ਮਰਦਾਨਿਆ ਅਸੀਂ ਨਹੀਂ ਚਾਹੁੰਦੇ ਸਾਡਾ ਮਿੱਤਰ ਪਿਆਰਾ ਸੱਜਣ ਕਿਤੇ ਵਿਕਾਰੀ ਤੋਂ ਨਾ ਵਜਾਵੇ।
ਇੱਕ ਰਵਾਬ ਹੈ ਜਿਹਦੀਆਂ ਧੁਨਾਂ ਦੇ ਵਿੱਚ ਕਦੇ ਵਿਕਾਰ ਪੈਦਾ ਹੁੰਦਾ ਨਹੀਂ। ਅਪਰ ਜੇ ਆਹੈ ਮਿਲੇ ਚਤਰਾਈ, ਵਿਸ਼ੇ ਬਾਸ਼ਨਾ ਸੋ ਪੁਜਾਈ। ਮਰਦਾਨਾ ਜੀ ਇੱਕ ਰਵਾਬ ਨੂੰ ਛੱਡ ਕੇ ਜਿੰਨੇ ਸਾਜ਼ ਨੇ ਸਾਰੇ ਵਿਕਾਰ ਪੈਦਾ ਕਰਦੇ ਆ, ਵਿਸ਼ੇ ਵਾਸ਼ਨਾ ਤੇ ਚਲਾਕੀ। ਹਾਰਮੋਨੀਅਮ ਦੀਆਂ ਸੁਰਾਂ ਵਜਾਓਗੇ ਚਲਾਕੀ ਨਾ ਵੱਜਣਗੀਆਂ, ਢੱਡ ਵਜਾਓਗੇ, ਸਰੰਗੀ ਵਜਾਓਗੇ, ਕਿਤੇ ਨਾ ਕਿਤੇ ਉਹ ਚਲਾਕੀ ਕਰਕੇ ਸਿੱਖਣੀ ਪੈਂਦੀ ਹੈ। ਚਲਾਕੀ ਤੂੰ ਵੀ ਵਜਾਓਗੇ, ਚਲਾਕੀ ਕਰਕੇ ਸਿੱਖਣਾ ਪੈਣਾ ਏ। ਕੋਈ ਵੀ ਮਿਊਜ਼ਿਕ ਦਾ ਹੱਥ ਕੰਡਾ ਹੋਵੇ, ਚਲਾਕੀ ਤੋਂ ਬਗੈਰ ਬੰਦਾ ਉਸਤਾਦ ਨਹੀਂ ਬਣਦਾ। ਸਤਿਗੁਰ ਕਹਿੰਦੇ ਇੱਕ ਮਰਦਾਨੀਆ ਰਵਾਬ ਹੈ ਜਿਹੜੀ ਚਲਾਕੀ ਤੋਂ ਰਹਿਤ ਹੈ। ਇਹ 'ਚ ਚਲਾਕੀ ਨਹੀਂ ਚੱਲਦੀ, ਇਹ 'ਚ ਪ੍ਰੇਮ ਚੱਲਦਾ ਹੈ, ਇਹ 'ਚ ਇਕਾਗਰਤਾ ਚੱਲਦੀ ਹੈ। ਬਾਕੀ ਜਿੰਨੇ ਸਾਜ਼ ਨੇ ਉਹ ਚਤਰਾਈ ਨਾਲ ਵੱਜਦੇ ਆ। ਇੱਕ ਰਵਾਬ ਹੈ ਮਰਦਾਨਿਆ ਜਿਹੜੀ ਚਤਰਾਈ ਚਲਾਕੀ ਤੋਂ ਬਿਨਾਂ ਪਿਆਰ ਨਾਲ ਵੱਜਦੀ। ਆਖੋ ਸਤਨਾਮ। ਤੇ ਜੇ ਤੂੰ ਇਹਦੇ ਵਿੱਚ ਸ਼ਬਦ ਤੇ ਰਾਗ ਗਾਏਗਾ ਨਾ ਮਰਦਾਨਿਆ, ਰੱਬ ਤੈਨੂੰ ਅੱਖਾਂ ਸਾਵੇ ਦਿਸੂਗਾ। ਬਾਕੀ ਸਾਰੇ ਸਾਜ਼ ਚੰਗੇ ਆ, ਪਰ ਉਹਨਾਂ ਸਾਜ਼ਾਂ ਵਿੱਚ ਚਲਾਕੀ ਹੁੰਦੀ ਹੈ, ਸੁਰਾਂ ਵਿੱਚ ਚਲਾਕੀ ਹੈ, ਪਰ ਇਸ ਰਵਾਬ ਵਿੱਚ ਕੋਈ ਚਲਾਕੀ ਨਹੀਂ ਆਏਗੀ, ਸ਼ਾਤਰਤਾ ਨਹੀਂ ਆਏਗੀ। ਭਾਈ ਮਰਦਾਨਾ ਜੀ ਨੂੰ ਇਹ ਗੱਲ ਸਮਝ ਆ ਗਈ। ਕੋਲ ਢਾਡੀ ਬੈਠਾ ਸੀ, ਉਹ ਕਹਿੰਦਾ ਬਿਲਕੁਲ ਸਹੀ ਗੱਲ ਹੈ। ਜਦ ਮੈਂ ਰਾਜੇ ਦੇ ਦਰਬਾਰ ਵਿੱਚ ਜਾ ਕੇ ਇੱਕ ਰਵਾਬ ਛੱਡ ਕੇ ਕੋਈ ਹੋਰ ਸਾਜ਼ ਵਜਾਵਾਂ ਨਾ, ਮੇਰਾ ਮਨ ਚੰਚਲ ਹੋ ਜਾਂਦਾ। ਮੇਰਾ ਮਨ ਸੋਚਦਾ ਅੱਜ ਮੈਨੂੰ ਰਾਜਾ ਕੀ ਦਊਗਾ, ਕਿ ਮੇਰੀਆਂ ਧੁਨਾਂ ਸੋਹਣੀਆਂ ਨੇ, ਇਹਦਾ ਮਨ ਮੋਇਆ ਗਿਆ, ਫਿਰ ਚਲਾਕੀ ਦੀਆਂ ਧੁਨਾਂ ਵੱਜਦੀਆਂ ਨੇ। ਕਹਿੰਦੇ ਜਦ ਮੈਂ ਰਵਾਬ ਵਜਾਉਣਾ ਨਾ, ਮੈਂ ਕਦੇ ਸੋਚਿਆ ਹੀ ਨਹੀਂ ਮਾਇਆ ਬਾਰੇ, ਮੇਰੇ ਅੰਦਰ ਖਿਆਲ ਹੀ ਨਹੀਂ ਆਇਆ। ਤੇ ਭਾਈ ਮਰਦਾਨਾ ਜੀ ਸੁਣ ਕੇ ਬੜੇ ਹੈਰਾਨ ਹੋਏ ਵੀ ਆਹ ਗੱਲਾਂ ਕੌਣ ਦੱਸਦਾ ਜੀ। ਕੋਈ ਦੱਸਦਾ ਵੀ ਮੇਰੇ ਗੁਣ ਵਿੱਚ ਇਹ ਕਮੀਆਂ ਨੇ। ਹਰ ਬੰਦਾ ਕਹਿੰਦਾ ਸਾਡੇ ਫੀਲਡ ਵਿੱਚ ਹੀ ਆਓ, ਮੌਜਾਂ ਹੀ ਮੌਜਾਂ ਨੇ, ਪੈਸਾ ਬੜਾ, ਪਦਾਰਥ ਬੜੇ, ਇੱਜ਼ਤ ਬੜੀ ਹੈ। ਪਰ ਉਹ ਢਾਡੀ ਨੇ ਦੱਸ ਦਿੱਤਾ ਵੀ ਇਹ ਗੱਲ ਗੁਰੂ ਸਾਹਿਬ ਦੀ ਬਿਲਕੁਲ ਦਰੁਸਤ ਹੈ। ਇੱਕ ਰਵਾਬ ਨੂੰ ਛੱਡ ਕੇ ਜਿੰਨੇ ਸਾਜ਼ ਹਨ ਸਭ ਚਤਰਾਈ ਨਾਲ ਵੱਜਦੇ ਨੇ। ਪ੍ਰਭ ਜੀ ਰਾਵਰ ਸੋ ਭਗ ਰਜਾਈ, ਰੁਚੈ ਨ ਤੁਮ ਕੋ ਭਲ ਬਿਦਸਾਈ। ਫਿਰ ਭਾਈ ਮਰਦਾਨਾ ਕਹਿੰਦੇ ਪਾਤਸ਼ਾਹ ਹਜ਼ੂਰ ਸਤ ਬਚਨ, ਆਪ ਜੀ ਨੂੰ ਰਵਾਬ ਭਾਈ ਤੇ ਫਿਰ ਮੈਨੂੰ ਵੀ ਤੇ ਚੰਗੀ ਲੱਗੀ। ਤੁਸਾਂ ਦੀ ਮਰਜ਼ੀ ਤੇ ਅਸਾਂ ਦੀ ਮਰਜ਼ੀ ਰਹਿ ਕੀ ਗਿਆ। ਤੇਰੇ ਮੇਰੇ 'ਚ ਫਰਕ ਹੈ। ਜਿੱਥੇ ਪ੍ਰੇਮ ਹੈ, ਜਿੱਥੇ ਪਿਆਰ ਹੈ, ਉੱਥੇ ਨਾ ਕੁਝ ਤੇਰਾ ਤੇ ਨਾ ਕੁਝ ਮੇਰਾ, ਉੱਥੇ ਸਭ ਕੁਝ ਹੀ ਤੇਰਾ। ਆਖੋ ਸਤਨਾਮ। ਉੱਥੇ ਮੇਰਾ ਤੇਰਾ ਥੋੜਾ ਹਿਸਾਬ ਕਿਤਾਬ ਥੋੜੀ ਹੁੰਦਾ। ਭਾਈ ਮਰਦਾਨੇ ਨੇ ਥੋੜਾ ਕਹਿਣਾ ਮਰ ਜੇ ਭਾਰੀ ਆ ਰਬਾਬ ਮੈਂ ਨਹੀਂ ਰੱਖਣੀ। ਜਦੋਂ ਗੁਰੂ ਸਾਹਿਬ ਨੂੰ ਚੰਗੀ ਲੱਗਦੀ ਹੈ, ਜਦੋਂ ਸਤਿਗੁਰਾਂ ਨੂੰ ਚੰਗੀ ਲੱਗੀ ਹੈ, ਕਹਿੰਦੇ ਮਰ ਜੇ ਮੈਂ ਰਬਾਬ ਲੈ ਕੇ ਆਉਂਗਾ। ਹੁਕਮ ਕਰੋ ਜਾਵਾਂ ਹੁਣੇ। ਢਾਡੀ ਕੋਲੇ ਬੈਠਾ ਸੀ, ਉਹ ਬੜਾ ਖੁਸ਼ ਹੋਇਆ ਵੀ ਜਿੱਥੇ ਐਡਾ ਸੋਹਣਾ ਵਜ਼ੰਤਰੀ ਹੋਵੇ ਵਜਾਉਣ ਵਾਲਾ, ਜਿਹਨੇ ਇੰਨੇ ਪਿਆਰ ਦੀ ਸੋਹਣੀ ਰਵਾਬ ਵਜਾਈ ਹੋਵੇ, ਉਹਨੂੰ ਮੈਂ ਕੀ ਭੇਟ ਕਰਦੇ ਹਾਂ। ਜਿੱਥੇ ਹਿਰਦਾ ਖੁਸ਼ ਹੋ ਜਾਂਦਾ ਨਾ। ਭਾਈ ਗੋਪਾਲਾ ਜੀ ਨੇ ਜਾਪ ਸੁਣਾਇਆ ਸੀ ਜਪਜੀ ਦਾ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ। ਮਰਦ ਸੋਚਦੇ ਇਹਨੂੰ ਮੈਂ ਕੀ ਦੇ ਦਿਆਂ। ਉਹ ਅਲੱਗ ਗੱਲ ਆ ਵੀ ਸਿੱਖ ਘੋੜੇ ਬਾਰੇ ਸੋਚੀ ਗਿਆ ਵੀ ਜੇ ਮਰਦ ਉਹ ਦੇ ਦੇਣ। ਤੇ ਗੁਰੂ ਸਾਹਿਬ ਤੇ ਵੇਖਦੇ ਵੀ ਤਿੰਨੇ ਲੋਕਾਂ 'ਚ ਹੈ ਕੁਛ ਨਹੀਂ, ਆਪਣੀ ਗੁਰਗੱਦੀ ਦੇ ਦਈਏ। ਇੰਨੇ ਖੁਸ਼, ਇੰਨੇ ਪ੍ਰਸੰਨ, ਇੰਨੇ ਆਨੰਦਮਈ, ਇੰਨੇ ਪ੍ਰਭਾਵਿਤ ਹੋਏ। ਭਾਈ ਮਰਦਾਨਾ ਜੀ ਤੋਂ ਉਹ ਢਾਡੀ ਆਪਾ ਵਾਰਨਾ ਚਾਹੁੰਦਾ ਵੀ ਮੈਂ ਆਪਣੀ ਜ਼ਿੰਦਗੀ ਦੀ ਪੂੰਜੀ ਇਹਦੇ ਨਾਂ ਲਾ ਦਿਆਂ, ਕਿਉਂਕਿ ਇਹਨੇ ਜੋ ਰਿਦਮ ਸੁਣਾਏ ਨੇ, ਜੋ ਵੋਕਲ ਸੁਣਾਏ ਨੇ, ਮੈਨੂੰ ਕਿਤੋਂ ਸੁਣਨ ਨੂੰ ਮਿਲਣੇ ਨਹੀਂ। ਦੀਜੈ ਮੋਲ ਅਬੈ ਮੈਂ ਜਾਊਂ, ਖੋਜ ਰਬਾਬ ਨਗਰ ਤੇ ਲਿਆਉਂ। ਭਾਈ ਮਰਦਾਨਾ ਜੀ ਸਤਿਗੁਰਾਂ ਨੂੰ ਕਹਿੰਦੇ ਉਸੇ ਵੇਲੇ ਜਦੋਂ ਢਾਡੀ ਬੈਠਾ ਸੋਚਦਾ ਹੈ, ਕਹਿੰਦੇ ਮਹਾਰਾਜ ਫਿਰ ਮੁੱਲ ਦਿਓ, ਪੈਸੇ ਦਿਓ, ਲਿਆਵਾਂ। ਮਾਇਆ ਤੋਂ ਬਿਨਾਂ ਤੇ ਰਬਾਬ ਨਹੀਂ ਆਉਣੀ। ਨਾ ਗੁਰੂ ਨਾਨਕ ਸਾਹਿਬ ਜੀਆਂ ਦੀ ਜੇਬ ਦੇ ਵਿੱਚ ਮਾਇਆ ਤੇ ਨਾ ਭਾਈ ਮਰਦਾਨੇ ਕੋਲੇ। ਭਾਈ ਮਰਦਾਨਾ ਪਤਾ ਲੈਣ ਆਏ ਸੀ ਖਬਰਸਾਰ, ਤੇ ਗੁਰੂ ਸਾਹਿਬ ਤੇ ਛੱਡ ਕੇ ਸਾਰਾ ਕੁਝ ਆ ਗਏ। ਮਰਦਾਨਾ ਕਹਿੰਦਾ ਮਹਾਰਾਜ ਰਬਾਬ ਸੋਹਣੀ ਤੋਂ ਸੋਹਣੀ ਲੈ ਆਊਂ। ਹੁਣ ਮੈਨੂੰ ਹਿਸਾਬ ਆ ਗਿਆ ਰਬਾਬ ਕਿਹੋ ਜੀ ਹੈ ਤੇ ਕਿਵੇਂ ਦੀ ਹੈ, ਕਿਵੇਂ ਵੱਜਦੀ ਹੈ। ਮਾਇਆ ਦੇ ਦਿਓ। ਤੇ ਮਾਇਆ ਕੋਲ ਨਹੀਂ ਸੀ। ਤੇ ਜਦੋਂ ਇਹ ਸ਼ਬਦ ਭਾਈ ਮਰਦਾਨੇ ਦੀ ਰਸਨਾ ਤੋਂ ਸੁਣੇ ਨੇ, ਮਾਇਆ ਦੇ ਦਿਓ, ਢਾਡੀ ਨੇ ਸੋਚਿਆ ਵੀ ਮਾਇਆ ਫਕੀਰ ਜੀ ਕੋਲ ਹੈ ਨਹੀਂ, ਤੇ ਜਿਹੜੀ ਮਾਇਆ ਮੇਰੇ ਕੋਲ ਬਣੀ ਜੇ ਮੈਂ ਉਹ ਦੇ ਦਿਆਂ, ਇਹਦੀ ਰਬਾਬ ਨਹੀਂ ਆਉਣੀ। ਜੋ ਅੱਜ ਸਮੇਂ ਦੇ ਨਵਾਬ ਨੇ, ਸਮੇਂ ਦੇ ਪਠਾਨ ਨੇ ਜਿਹੜੀ ਮਾਇਆ ਖੁਸ਼ ਹੋ ਕੇ ਇਹਨਾਂ ਢਾਡੀਆਂ ਨੂੰ ਦਿੱਤੀ ਸੀ, ਉਸ ਮਾਇਆ ਨਾਲ ਕਿੱਥੋਂ ਆਜੂ ਰਬਾਬ। ਫਿਰ ਮਨ ਹੀ ਮਨ ਸੋਚਿਆ ਮੈਂ ਜੇ ਆਪਣੀ ਰਬਾਬ ਹੀ ਭੇਟਾ ਕਰਦੇ ਆ, ਇਹੀ ਹੈ ਨਾ ਮੇਰੀ ਰੋਜੀ ਹੈ, ਮੇਰਾ ਰਿਜ਼ਕ ਹੈ, ਮੇਰੇ ਕੋਲ ਇੱਕੋ ਇੱਕ ਰਬਾਬ ਹੈ। ਮੈਂ ਖੁਸ਼ ਬੜਾ ਹਾਂ ਇਹਨਾਂ ਤੋਂ, ਪ੍ਰਭਾਵਿਤ ਬੜਾ ਹਾਂ,
ਤੇ ਉਸ ਵੇਲੇ ਮਨ ਬਣਾ ਲਿਆ ਵੀ ਜੇ ਮੇਰੀ ਰਬਾਬ ਦੀ ਭੇਟਾ ਇਹ ਪ੍ਰਵਾਨ ਕਰ ਲੈਣ, ਇਹ ਤੋਂ ਵੱਡੀ ਖੁਸ਼ੀ ਨਹੀਂ ਹੋਣੀ। ਸ੍ਰੀ ਗੁਰ ਕਹੈ ਜਾਚਨਾ ਜੋ ਨਹਿ ਕੀ ਜਨ ਹੈ ਸਭ ਕੋ। ਸਤਿਗੁਰ ਕਹਿੰਦੇ ਮਰਦਾਨਿਆਂ ਮੰਗਦਾ ਕਿਹਦੇ ਤੋਂ ਆ ਭਾਈ? ਅਸੀਂ ਤੇ ਆਪ ਮੰਗਣ ਵਾਲੇ ਆਖੋ ਸਤਨਾਮ। ਇਹ ਰਮਜ਼ਾਂ ਬੜੀਆਂ ਗਹਿਰੀਆਂ ਨੇ, ਬਹੁਤ ਗਹਿਰੀਆਂ ਰਮਜ਼ਾਂ ਨੇ। ਭਾਈ ਮਰਦਾਨੇ ਨੂੰ ਸਤਿਗੁਰ ਕਹਿੰਦੇ ਮਰਦਾਨਿਆ ਸਾਡੇ ਕੋਲ ਕੀ ਹੈ ਦੇਣ ਨੂੰ? ਉਹ ਕਹਿੰਦਾ ਸੀ ਨਾ ਮਰਜ ਮੁੱਲ ਦੇ ਦਿਓ ਮੈਂ ਰਬਾਬ ਲੈ ਆਵਾਂ। ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਕੋਲ ਮਾਇਆ, ਜਿਹੜੇ ਮਾਇਆ ਧਾਰੀ ਉਹਨਾਂ ਤੋਂ ਲੈ। ਮਰਦਾਨਿਆ ਸਾਡੇ ਕੋਲ ਤੇ ਇੱਕ ਸਮੇਂ ਦੀ ਰੋਟੀ ਨਹੀਂ, ਇੱਕ ਵੇਲੇ ਦਾ ਭੋਜਨ ਨਹੀਂ। ਤਦਪ ਚਾਹੇ ਜਬ ਲਗ ਹੈ ਪ੍ਰਾਣੀ ਜਾਚਨ ਕਰਵਾ ਵਹਿ ਗੁਣ ਹਾਨੀ। ਤੇ ਫੇਰ ਭਾਈ ਮਰਦਾਨਾ ਕਹਿੰਦਾ ਮਹਾਰਾਜ ਤੁਸੀਂ ਦਾਤੇ ਹੋ। ਸਤਿਗੁਰ ਇਹਨੂੰ ਵੀ ਪਰਖਦੇ ਆ ਵੀ ਕਿਤੇ ਮਨ ਹੀ ਮਨ ਸੋਚਦਾ ਤਾਂ ਨਹੀਂ ਵੀ ਕੱਲ ਤੱਕ ਇਸ ਮਿੱਤਰ ਕੋਲੋਂ ਪਦਾਰਥ ਮਿਲਦੇ ਸੀ, ਮਾਇਆ ਮਿਲਦੀ ਸੀ, ਇਹਨਾਂ ਦੇ ਪਿਤਾ ਤੋਂ ਮਿਲਦੇ ਸੀ, ਅੱਜ ਮਿੱਤਰ ਤੇ ਖਾਲੀ ਬੈਠਾ ਹੈ। ਪਰਖ ਗੁਰੂ ਹਮੇਸ਼ਾ ਕਰਦੇ ਆ, ਕਸਵੱਟੀ ਸਤਿਗੁਰ ਹਮੇਸ਼ਾ ਹੀ ਲਾਉਂਦੇ ਆ ਸਿੱਖ ਤੇ। ਅੱਜ ਵੀ ਲੱਗਦੀਆਂ, ਉਦੋਂ ਵੀ ਲੱਗਦੀਆਂ ਸੀ। ਭਾਈ ਮਰਦਾਨੇ ਨੇ ਕੋਈ ਐਸਾ ਫੁਰਨਾ ਮਨ ਵਿੱਚ ਨਾ ਕੀਤਾ। ਉਸ ਢਾਡੀ ਦੇ ਮਨ 'ਚ ਖੁਸ਼ੀ ਆਈ, ਹੱਥ ਜੋੜ ਕੇ ਕਹਿੰਦਾ ਮਹਾਰਾਜ ਜੇ ਮਾਇਆ ਨਹੀਂ ਹੈ, ਜੇ ਪਦਾਰਥ ਨਹੀਂ ਹੈ, ਰਬਾਬ ਨਹੀਂ ਆ ਸਕਦੀ ਨਾ, ਚਰਨੀ ਰਬਾਬ ਰੱਖ ਕੇ ਕਹਿੰਦਾ ਜੀ ਫਿਰ ਇਹੀ ਸਵੀਕਾਰ ਕਰ ਲਓ। ਆਖੋ ਸਤਨਾਮ ਪ੍ਰਵਾਨ ਕਰੋ। ਗੁਰੂ ਸਾਹਿਬ ਦਾ ਮਨ ਭਰ ਆਇਆ ਉਸ ਢਾਡੀ ਵੱਲ ਵੇਖ ਵੀ ਇਹਦੀ ਰੋਜੀ ਹੈ, ਇਹਦਾ ਰਿਜ਼ਕ ਹੈ। ਇਸੇ ਰਬਾਬ ਨਾਲ ਗਾ ਕੇ ਆਪਣੇ ਬੱਚੇ ਪਾਲਦਾ ਹੈ, ਆਪਣਾ ਪਰਿਵਾਰ ਪਾਲਦਾ ਹੈ। ਇੰਨਾ ਪਿਆਰ ਵਿੱਚ ਭਿੱਜਿਆ ਸੁਣ ਕੇ ਭਾਈ ਮਰਦਾਨੇ ਦਾ ਕੀਰਤਨ। ਉਹ ਵੀ ਇੱਕ ਰਬਾਬੀ ਹੋ ਕੇ ਕਹਿੰਦਾ ਮੇਰੀ ਰਬਾਬ ਰੱਖ ਲਓ, ਮੈਂ ਤੁਹਾਨੂੰ ਭੇਟਾ ਵਜੋਂ ਤੋਹਫੇ ਵਜੋਂ ਦਿੱਤੀ। ਮਰਦ ਕਹਿੰਦੇ ਨਾ ਸੱਜਣਾ, ਇਹ ਇਮਾਨਤ ਤੇਰੀ ਹੈ, ਇਹ ਵਸਤੂ ਤੇਰੀ ਹੈ, ਸਾਡਾ ਕੋਈ ਹੱਕ ਨਹੀਂ। ਦੋਹਰਾ ਜਾਵੋ ਸੁਸਾ ਆਵਾਸ ਕੋ ਮੁੱਲ ਰਬਾਬ ਕੇ ਹੇਤ ਸੋਣ ਗਵਣਿਓ ਗ੍ਰਹਿ ਨਾਨਕੀ ਤਜ ਬੇਦੀ ਕੁਲ ਕੇਤ। ਵੇਦੀ ਕੁਲ ਦੇ ਮਾਲਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸੁਭਾਵਕ ਬਚਨ ਆਖੇ ਜਾ ਮਰਦਾਨਿਆ ਭੈਣ ਨਾਨਕੀ ਦੇ ਘਰੇ ਕਹਿ ਦਿਓ ਭੈਣ ਜੀ ਨੂੰ ਸਾਡੇ ਵੱਲੋਂ ਜਾ ਕੇ ਵੀਰ ਤੁਹਾਡੇ ਨੂੰ ਰਬਾਬ ਚਾਹੀਦੀ ਹੈ। ਭਾਈ ਮਰਦਾਨੇ ਨੇ ਚਰਨੀ ਮੱਥਾ ਟੇਕਿਆ, ਕਹਿੰਦਾ ਹਜ਼ੂਰ ਸਤ ਬਚਨ। ਉੱਠ ਕੇ ਆਏ। ਜੈ ਰਾਮ ਜੀ ਅੱਜ ਘਰ ਨਹੀਂ ਸਨ, ਬੇਬੇ ਨਾਨਕੀ ਘਰ ਬੈਠੇ ਆ, ਤੁਲਸਾਂ ਦਾਸੀ ਵਿਹੜੇ 'ਚ ਹੈ, ਪਰ ਘਰੇ ਤੇ ਮਾਹੌਲ ਬੜਾ ਗਮਗੀਨ ਸੀ। ਕਿਉਂ ਹੈ ਤੁਹਾਨੂੰ ਪਤਾ ਹੈ, ਤੁਸੀਂ ਸੁਣਿਆ ਪਿੱਛੇ ਕੇਵਲ ਬਾਬਾ ਸ੍ਰੀ ਚੰਦ ਜੀ ਆਪਣੀ ਭੂਆ ਜੀ ਕੋ ਰਹਿ ਗਏ। ਬਾਬਾ ਲਖਮੀ ਦਾਸ ਆਪਣੀ ਮਾਤਾ ਸੁਲੱਖਣੀ ਦੇ ਨਾਲ ਘਰ ਛੱਡ ਕੇ ਚਲੇ ਗਏ। ਘਰ ਨੂੰ ਤੇ ਤਾਲੇ ਲੱਗੇ ਆ। ਉਸੇ ਦਿਨ ਤੋਂ ਜੈ ਰਾਮ ਰੋ ਰਹੇ ਨੇ, ਬੇਬੇ ਨਾਨਕੀ ਜੀ ਭਾਵੁਕ ਨੇ ਵੀ ਜਦ ਇਹ ਗੱਲਾਂ ਮੇਰੀ ਮਾਂ ਤ੍ਰਿਪਤਾ ਨੂੰ ਪਤਾ ਲੱਗਣਗੀਆਂ ਮੇਰੇ ਵੀਰ ਦਾ ਵਸਿਆ ਵਸਾਇਆ ਘਰ ਕਿੱਥੇ ਗਿਆ, ਕੀ ਕਹਿਣਗੇ ਸਾਨੂੰ। ਸਮਾਜ ਵਿੱਚ ਤੇ ਬੜੀ ਬਦਨਾਮੀ ਹੋਈ, ਲੋਕਾਂ ਨੇ ਬੜਾ ਕੁਝ ਬੋਲਿਆ, ਤੁਸੀਂ ਪਿੱਛੇ ਸਾਰਾ ਕੁਝ ਸੁਣ ਚੁੱਕੇ ਹੋ। ਜਦੋਂ ਮਹਾਰਾਜ ਜਾ ਕੇ ਸ਼ਮਸ਼ਾਨਾਂ ਵਿੱਚ ਬਹਿ ਕੇ ਕਹਿੰਦੇ ਭੂਤਨਾ ਕਮਲਾ ਹੋ ਗਿਆ, ਉਹ ਇਹ ਝੱਲਾ ਹੋ ਗਿਆ, ਵੇਈ 'ਚ ਡੁੱਬ ਗਿਆ, ਇਹ ਤੇ ਆਪਣਾ ਘਾਟਾ ਖਾ ਕੇ ਮੋਤੀਖਾਨਾ ਛੱਡ ਗਿਆ, ਉਹ ਪਰਵਾਹ ਨਾ ਕੀਤੀ। ਸੁਣਿਆ ਬੜਾ ਕੁਝ। ਭਾਈ ਮਰਦਾਨਾ ਜੀ ਘਰੇ ਆਏ ਨਾ, ਬੇਬੇ ਨਾਨਕੀ ਇੱਕਦਮ ਵੇਖ ਉਹਨਾਂ ਨੂੰ ਉੱਠ ਪਏ, ਕਿਉਂਕਿ ਹੁਣ ਭਾਈ ਮਰਦਾਨਾ ਖੁਸ਼ ਹੈ। ਜਦ ਉਹ ਪਤਾ ਲੈਣ ਗਿਆ ਸੀ ਨਾ ਖਬਰਸਾਰ ਮਹਾਰਾਜ ਦੀ, ਉਦੋਂ ਮੁਰਝਾਇਆ ਸੀ। ਕਿੱਥੋਂ ਆਇਆ? ਰਾਏ ਭੋਜ ਦੀ ਤਲਵੰਡੀ ਤੋਂ। ਇੱਥੇ ਵੀ ਆ ਕੇ ਵੇਖਿਆ ਵੀ ਭਰਜਾਈ ਜੀ ਘਰ ਨਹੀਂ, ਨਾ ਭਾਈ ਬਾਲਾ ਦਿਸਦੇ, ਨਾ ਕੋਈ ਹੋਰ ਹੈ, ਖੁਸ਼ੀਆਂ ਨਹੀਂ ਇਸ ਵਿਹੜੇ ਵਿੱਚ ਅੱਜ। ਕਹਿੰਦੇ ਜਦੋਂ ਭਾਈ ਮਰਦਾਨਾ ਜੀ ਘਰੇ ਆਏ ਨਾ, ਬੇਬੇ ਨਾਨਕੀ ਬੜੇ ਖੁਸ਼ ਹੋ ਕੇ ਪੁੱਛਦੇ, ਕਹਿੰਦੇ ਮੇਰਾ ਵੀਰ ਕਿਵੇਂ ਆ, ਠੀਕ ਹੈ? ਕਿਉਂਕਿ ਸਤਿਗੁਰਾਂ ਘਰ ਛੱਡਿਆ ਹੋਇਆ, 6 ਮਹੀਨੇ ਪਹਿਲਾਂ ਘਰ ਨਹੀਂ ਆਏ। ਭਾਈ ਮਰਦਾਨਾ ਕਹਿੰਦਾ ਅੱਜ ਸਤਿਗੁਰ ਬੜੇ ਪ੍ਰਸੰਨ ਨੇ। ਭੈਣੇ ਮੇਰੀਏ, ਗੁਰੂ ਨਾਨਕ ਪਾਤਸ਼ਾਹ ਨੇ ਅੱਜ ਤੁਹਾਡੇ ਤੋਂ ਰਬਾਬ ਮੰਗੀ। ਆਖੋ ਸਤਨਾਮ। ਜਦੋਂ ਭੈਣ ਨਾਨਕੀ ਨੇ ਸੁਣਿਆ, ਧਰਤੀ ਤੇ ਪੈਰ ਨਹੀਂ ਲੱਗਦੇ। ਸ਼ੁਕਰ ਹੈ ਅੱਜ ਮੇਰੇ ਵੀਰ ਨੇ ਕੁਛ ਮੰਗਿਆ। ਕਦੇ ਤੇ ਯਾਦ ਕੀਤਾ, ਕਦੇ ਤੇ ਕੁਝ ਮੰਗਿਆ ਜ਼ਿੰਦਗੀ 'ਚ। ਮਰਦ ਨੇ ਆਪਣੀ ਭੈਣ ਜੀ ਤੋਂ ਕਦੇ ਕੁਛ ਨਹੀਂ ਮੰਗਿਆ, ਬੇਬੇ ਨਾਨਕੀ ਤੋਂ ਅੱਜ ਪਹਿਲੀ ਵਾਰ ਕਿਹਾ ਮਰਦਾਨੇ ਆ ਜਾ ਭੈਣ ਕੋਲੋਂ ਰਬਾਬ ਦੇ ਪੈਸੇ ਲੈ ਕੇ ਆ। ਸਮਾਂ ਸਮਾਪਤ ਹੈ ਜੀ। ਜਿਵੇਂ ਜਿਵੇਂ ਕਰਤਾਰ ਜੀ ਖੇਡਾਂ ਵਰਤਾਉਣਗੇ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਅਗਲਾ ਸਫ਼ਰ ਸ਼ੁਰੂ ਕਰਨਗੇ, ਕਿਉਂਕਿ ਹੁਣ ਇੱਥੋਂ ਕਥਾ ਨੇ ਯੂ ਟਰਨ ਲੈਣਾ ਹੈ। ਹੁਣ ਤੱਕ ਆਪ ਜੀ ਨੇ ਪਰਿਵਾਰ ਦੇ ਹਾਲਾਤ ਸੁਣੇ, ਕੀ ਕੁਝ ਹੋਇਆ, ਸੱਚਖੰਡ ਸਾਹਿਬ ਕਿਵੇਂ ਗਏ, ਪਿੱਛੋਂ ਕੀ ਕੁਝ ਹੁੰਦਾ ਰਿਹਾ, ਮਸਜਿਦ ਵਿੱਚ ਕੀ ਹੋਇਆ, ਸ਼ਮਸ਼ਾਨ ਵਿੱਚ ਕੀ ਹੋਇਆ, ਪਰਿਵਾਰ ਨਾਲ ਕੀ ਬੀਤਿਆ।
ਪਰ ਇਹ ਤੋਂ ਅਗਲੀ ਕਥਾ ਜਿਹੜਾ ਸਫ਼ਰ ਹੈ ਬੜਾ ਰੰਗੀਨ ਆਨੰਦਮਈ ਹੋਏਗਾ, ਕਿਉਂਕਿ ਉਹ ਰੰਗਲੇ ਸਤਿਗੁਰੂ ਬੜੇ ਰੰਗ ਬਖੇਰਦੇ ਨੇ, ਬੜੀਆਂ ਖੇਡਾਂ ਵਰਤਾਉਂਦੇ ਨੇ। ਸਤਿਗੁਰਾਂ ਦੀ ਦਇਆ ਨਾਲ ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਵਾਹਿਗੁਰੂ 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 ਵਾਹਿਗੁਰੂ।